बेसिकली साडी भी बहुत ही ज़्यादा बीमारियां का कारण बन रहा वो यही कारण है कि साडा बहुत ज़्यादा चटोरा होना क्योंकि अज के टाइम के बहुत सारे पेशेंट्स मेरे क्लीनिक से आते हैं अगर मैं उन्होंने डाइटरी कॉल लेंदी हाँ तो मैं उन्हें तो यही पता चलता है कि दे आर नॉट ईटिंग एनीथिंग फ्रॉम देयर किचन किसी एक भी सीरियल तो किसी एक भी फ्रूट्स एंड वैजिटेबल तो सानू सारा न्यूट्रिशन नहीं मिल सकता। सेहत का ख्याल रखने लिए सानू कोई बहुत ही ज़्यादा साइंस की नॉलेज होने की जरूरत नहीं। ਜਿਹੜੀਆਂ ਸਾਡੀਆਂ रूटीन ਦੀਆਂ घर ਦੀਆਂ ਚੀਜ਼ਾਂ ਜਿਹੜੀਆਂ ਸਾਡੀ ਕਿਚਨ ਦੇ ਵਿੱਚ ਹੀ ਮਿਲਦੀਆਂ ਹੈ ਉਹ ਆਪਣੇ ਆਪ 'ਚ ਇੱਕ ਮੈਡੀਸਿਨ ਦੇ ਤੌਰ ਦੇ ਉੱਤੇ ਕੰਮ ਕਰਦੀਆਂ। ਜਿਹੜੀ ਸੀਜ਼ਨ ਦੇ ਵਿੱਚ ਜੋ ਸਬਜ਼ੀ ਜੋ ਫਰੂਟ ਜੋ ਅਨਾਜ ਉਸ ਸੀਜ਼ਨ ਦੇ ਵਿੱਚ ਆਉਂਦਾ ਉਹ ਸਾਡੀ ਸਿਹਤ ਦੇ ਲਈ ਉਹੀ ਬਿਲਕੁਲ ਪਰਫੈਕਟ ਹੁੰਦਾ। ਸਤਿ ਸ਼੍ਰੀ ਅਕਾਲ ਟੀਵੀ ਪੰਜਾਬ ਦੇਖ ਰਹੇ तमाम ਦਰਸ਼ਕਾਂ ਦਾ ਮੈਂ ਅਮਨਦੀਪ ਸਵਾਗਤ ਕਰਦੀ ਹਾਂ। ਅੱਜ ਦੇ ਟਾਈਮ ਦੇ ਵਿੱਚ ਸਾਡਾ ਖਾਣ ਪਾਨ ਇੰਨਾ ਬਦਲ ਚੁੱਕਿਆ ਹੈ ਕਿ ਅਸੀਂ ਆਪਣੀ ਸਿਹਤ ਦਾ ਵੀ ਧਿਆਨ ਖਾਸ ਨਹੀਂ ਰੱਖਦੇ। ਜੀ ਹਾਂ, ਕੁਝ ਵੀ ਦਿਲ ਕਰਦਾ ਹੈ ਅਸੀਂ ਕੁਝ ਵੀ ਖਾਣ ਨੂੰ ਤਿਆਰ ਹੋ ਜਾਂਦੇ ਹਾਂ। ਅਸੀਂ ਇੰਨੇ ਚਟਕੋਰੇ ਹੋ ਚੁੱਕੇ ਹਾਂ ਕਿ ਸਾਡੀ ਜੀਭ ਦਾ ਸਵਾਦ ਸਾਡੀ ਸਿਹਤ ਕਿਤੇ ਨਾ ਕਿਤੇ ਵਿਗਾੜ ਰਿਹਾ ਹੈ। ਸੋ ਸਾਰੀ ਹੀ ਡਾਈਟਾਂ ਬਾਰੇ ਇੱਕ ਖੂਬਸੂਰਤ ਜਾਣਕਾਰੀ ਹਾਸਿਲ ਕਰਨ ਦੇ ਲਈ ਅਸੀਂ ਡਾਕਟਰ ਰੇਨੂ ਵਰਮਾ ਉਹਨਾਂ ਕੋਲ ਪਹੁੰਚੇ। ਉਹਨਾਂ ਦਾ ਪਹਿਲਾਂ ਸਵਾਗਤ ਕਰ ਲੈਂਦੇ। ਬਹੁਤ ਬਹੁਤ ਸਵਾਗਤ ਹੈ ਟੀਵੀ ਪੰਜਾਬ ਤੇ। थैंक यू सो मच अमन फॉर इनवाइटिंग मी। ਅੱਛਾ ਡਾਕਟਰ ਸਾਹਿਬ ਜੇਕਰ ਮੈਂ ਗੱਲ ਕਰਾਂ ਤੁਸੀਂ ਜਿੱਦਾਂ ਮੈਂ ਕਿਹਾ ਕਿ ਸਾਡਾ ਖਾਣ ਪੀਣ ਬਹੁਤ ਜ਼ਿਆਦਾ ਬਦਲ ਚੁੱਕਿਆ। ਅਸੀਂ ਇੰਨੇ ਚਟੋਰੇ ਹੋ ਗਏ ਹਾਂ ਕਿ ਕੁਝ ਵੀ ਖਾਣਾ ਪਸੰਦ ਕਰਦੇ ਹਾਂ। ਸਵਾਦ ਲਈ ਅਸੀਂ ਸਿਹਤ ਨੂੰ ਪਿੱਛੇ ਛੱਡ ਦਿੰਦੇ ਹਾਂ। ਸੋ ਮੌਸਮ ਦੇ ਹਿਸਾਬ ਦੇ ਨਾਲ ਸਾਨੂੰ ਕਿਵੇਂ ਆਪਣੀ ਸਿਹਤ ਦਾ ਧਿਆਨ ਜਿਹੜਾ ਹੈ ਖਾਸ ਰੱਖਣਾ ਚਾਹੀਦਾ ਹੈ? बहुत ही अच्छा सवाल पूछा है अमन तुसी कि सानू सेहत का सवाल जिहड़ा सेहत का ख्याल है वो किद्दां रखना चाहिए। बेसिकली सेहत का ख्याल रखने लिए सानू कोई बहुत ही ज़्यादा साइंस की नॉलेज होने की जरूरत नहीं है। जे असी अगे अपनी एंसेस्ट्रल जिहड़ी साडी पीढ़ियां सी जिहड़ियां पुरानियां पीढ़ियां सीगियां उन्हां कोल कोई भी डाइटिशियंस नहीं हुंदे सी या कोई बहुत ज़्यादा डॉक्टर्स नहीं अवेलेबल हुंदे सी जिहदे करके वो अपना सेहत का ध्यान रखते। जिहड़ियां साडीआं रूटीन दीयां घर दीयां चीज़ां जिहड़ियां साडी किचन दे विच ही मिलदियां हैं वो अपने आप च एक मैडिसिन के तौर दे उत्ते काम करदियां। अगर असी मौसम के हिसाब दे नाल जो जो मदर नेचर ने सानू सीजन दे विच ਸਾਡੇ ਰੀਜਨ ਦੇ ਵਿੱਚ ਜੋ ਇਲਾਕੇ ਦੇ ਵਿੱਚ ਤੁਸੀਂ ਰਹਿ ਰਹੇ ਹੋ ਉਸ ਇਲਾਕੇ ਦੇ ਵਿੱਚ ਜਿਹੜੀ ਸੀਜ਼ਨ ਦੇ ਵਿੱਚ ਜੋ ਸਬਜ਼ੀ ਜੋ ਫਰੂਟ ਜੋ ਅਨਾਜ ਉਸ ਸੀਜ਼ਨ ਦੇ ਵਿੱਚ ਆਉਂਦਾ ਉਹ ਸਾਡੀ ਸਿਹਤ ਦੇ ਲਈ ਉਹੀ ਬਿਲਕੁਲ ਪਰਫੈਕਟ ਹੁੰਦਾ। ਮਤਲਬ ਉਹ ਸਾਡੀ ਅਗਰ ਸਿਹਤ ਨੂੰ ਅਸੀਂ ਅਗਰ ਪਰਫੈਕਟ ਰੱਖਣਾ ਹੈ ਤਾਂ ਸਾਨੂੰ ਹਰ ਸੀਜ਼ਨ ਦੇ ਅੰਦਰ ਜੋ ਵੀ ਚੀਜ਼ਾਂ ਆਈਆਂ ਉਹ ਸਾਨੂੰ ਡੇਲੀ ਅਮਾਊਂਟ ਦੇ ਵਿੱਚ ਖਾਣੀਆਂ ਚਾਹੀਦੀਆਂ। ਜਿੱਦਾਂ ਤੁਸੀਂ ਚਟੋਰੇ ਹੋਣ ਦੀ ਗੱਲ ਕੀਤੀ ਹੈ ਤਾਂ ਬਿਲਕੁਲ ਕਿਉਂਕਿ जो बेसिकली साडी भी बहुत ही ज़्यादा बीमारियां का कारण बन रहा वो यही कारण है कि साडा बहुत ज़्यादा चटोरा होना। क्योंकि अज के टाइम के बहुत सारे पेशेंट्स मेरे क्लीनिक से आते हैं उन्होंने एक ही रहा कि अगर मैं उन्होंने डाइटरी कॉल लेंदी हाँ तो मैं उन्हें तो यही पता चलता है कि दे आर नॉट ईटिंग एनीथिंग फ्रॉम देयर किचन। घर का बने होया कुछ उन्होंने पसंद नहीं आ रहा उन्होंने जो पसंद आ रहा है मार्केट तो है चाहे KFC है मैकडॉनल्ड्स है कुछ भी यहाँ रेड़ियां के उत्ते जो चीज़ां बिक रही और मदर्स भी थोड़ा मदर्स नूं मैं ये चीज़ कहना चाहूँगी कि उन्हों का भी थोड़ा जिन्ना रुझान किचनस वाल घट होके जोमैटो स्विगी तो ऑर्डर करन तो ज़्यादा रहिंदा तो वो किते ना किते साडी बीमारियां दा जिहड़ा हैगा वो कारण बन रही है। ਜੀ ਅੱਛਾ ਡਾਕਟਰ ਸਾਹਿਬ ਜੇਕਰ ਗੱਲ ਕਰਾਂ ਤਾਂ ਕਈ ਵਾਰੀ ਬਹੁਤ ਜ਼ਿਆਦਾ ਜਿਹੜੀ ਚੀਜ਼ ਕੰਜ਼ਿਊਮ ਕਰਨਾ ਉਹ ਵੀ ਸਾਡੀ ਸਿਹਤ ਲਈ ਹਾਨੀਕਾਰਕ ਹੋ ਜਾਂਦਾ ਹੈ ਨਾ। ਸੋ ਜੇਕਰ ਗੱਲ ਕਰਾਂ ਜਿੱਦਾਂ ਮੈਂ ਇੱਕ ਐਗਜ਼ਾਮਪਲ ਲੈਂਦੀ ਜਿੱਦਾਂ ਹੁਣ ਕਈਆਂ ਦਾ ਪ੍ਰੋਟੀਨ ਵਧਣਾ ਸ਼ੁਰੂ ਹੋ ਜਾਂਦਾ ਬੋਡੀ ਦੇ ਵਿੱਚ ਬਹੁਤ ਸਾਰੀਆਂ ਪਰੇਸ਼ਾਨੀਆਂ ਜਿਹੜੀਆਂ ਉਹਦਾ ਸਾਹਮਣਾ ਕਰਨਾ ਪੈਂਦਾ। ਸੋ ਜ਼ਿਆਦਾ ਜਿਹੜੀਆਂ ਚੀਜ਼ਾਂ ਅਸੀਂ ਇਨਟੇਕ ਕਰ ਲੈਂਦੇ ਨੇ ਜਿੱਦਾਂ ਪ੍ਰੋਟੀਨ ਵਧਿਆ ਮੈਂ ਕਹਿ ਦਿੰਦੇ ਕਿਹੜੀਆਂ ਪਰੇਸ਼ਾਨੀਆਂ ਜਿਹੜੀਆਂ ਹੈਗੀਆਂ ਕੁਝ ਚੀਜ਼ਾਂ ਪਰਟੀਕੂਲਰ ਚੀਜ਼ਾਂ ਜ਼ਿਆਦਾ ਕੰਜ਼ਿਊਮ ਕਰਨ ਨਾਲ ਪੈਦਾ ਹੋ ਜਾਂਦੀਆਂ ਨੇ? देखो अमन प्रोटीन इज़ द मोस्ट इंपॉर्टेंट मैक्रोन्यूट्रेंट दैट इज़ रिक्वायर्ड फॉर आवर बॉडी। सानू पूरे अपने दिनचर्या ਦੇ ਵਿੱਚ ਹੈਗਾ ਘੱਟੋ ਘੱਟ 1 ਗ੍ਰਾਮ ਪਰ ਕਿਲੋਗ੍ਰਾਮ ਆਫ ਬੋਡੀ ਵੇਟ ਦੇ ਹਿਸਾਬ ਦੇ ਨਾਲ ਪ੍ਰੋਟੀਨ ਦਾ ਲੈਣਾ ਬਹੁਤ ਹੀ ਜ਼ਰੂਰੀ ਹੈ। ਹੁਣ ਜੇ ਤੁਸੀਂ ਪ੍ਰੋਟੀਨ ਵਧਣ ਦੀ ਗੱਲ ਕਰਦੇ ਹੋ ਪ੍ਰੋਟੀਨ ਇੱਦਾਂ ਨਹੀਂ ਨਾਰਮਲੀ ਵੱਧਦਾ ਹੈਗਾ ਅੰਟਿਲ ਅਨਲੈਸ ਕਿ ਸਾਨੂੰ ਕੋਈ ਕਿਡਨੀ ਰਿਲੇਟਿਡ ਡਿਸਆਰਡਰ ਨਾ ਹੋਏ। ਸਭ ਤੋਂ ਪਹਿਲਾਂ ਤਾਂ ਪ੍ਰੋਟੀਨ ਮਤਲਬ ਪ੍ਰੋਟੀਨ ਸ਼ੇਕਸ ਦੀ ਫਾਰਮ ਦੇ ਵਿੱਚ ਹੀ ਖਾਲੀ ਲੈਣਾ ਇੰਪੋਰਟੈਂਟ ਨਹੀਂ ਹੈ। ਵੇ ਪ੍ਰੋਟੀਨ ਇਜ਼ ਨਾਟ ਐਟ ਆਲ ਅ ਬੈਡ ਥਿੰਗ। ਤੁਸੀਂ ਲੈ ਸਕਦੇ ਹੋ ਕਿਸੇ ਅੱਛੀ ਬ੍ਰਾਂਡਡ ਕੰਪਨੀ ਦਾ ਵੇ ਪ੍ਰੋਟੀਨ ਜਿਹੜਾ ਲੈ ਸਕਦੇ ਹੋ ਬਟ ਸਾਨੂੰ ਪ੍ਰੋਟੀਨ ਨੂੰ ਜਿਹੜਾ ਹੈ ਉਹ ਸਾਰੇ ਦਿਨ ਦੇ ਵਿੱਚ ਹਰ ਮੀਲਸ ਦੇ ਵਿੱਚ ਡਿਵਾਈਡ ਕਰਕੇ ਲੈਣਾ ਚਾਹੀਦਾ ਔਰ ਖਾਲੀ ਪ੍ਰੋਟੀਨ ਦੇ ਉੱਤੇ ਫੋਕਸ ਹੀ ਨਹੀਂ ਕਰਨਾ चाहिए। कुछ बच्चे मैं यंगस्टर ਜਿਹੜੇ ਜਿਮ ਗੋਇੰਗ ਹੈਗੇ ਉਹ ਸਿਰਫ ਪ੍ਰੋਟੀਨ ਦੇ ਉੱਤੇ ਫੋਕਸ ਕਰਦੇ ਕਿ ਅਸੀਂ ਸਿਰਫ ਪ੍ਰੋਟੀਨ ਹੀ ਲੈਣਾ। ਪ੍ਰੋਟੀਨ ਨੂੰ ਬਾਡੀ ਦੇ ਵਿੱਚ ਐਬਜ਼ੌਰਬ ਕਰਨ ਲਈ ਉਹਦੀ ਐਸੀਮੀਲੇਸ਼ਨ ਦੇ ਲਈ ਸਾਨੂੰ ਹੋਰ ਵੀ ਜਿਹੜੇ ਮਾਈਕਰੋ ਨਿਊਟ੍ਰੀਐਂਟਸ ਹੈ ਔਰ ਮੈਕਰੋ ਨਿਊਟ੍ਰੀਐਂਟਸ ਹੈ ਜੈਸੇ ਫੈਟ ਵੀ ਓਨਾ ਹੀ ਇੰਪੋਰਟੈਂਟ ਹੈ ਜਿੰਨਾ ਪ੍ਰੋਟੀਨ ਹੈ ਉਹਨੂੰ ਨਾਲ ਡਾਈਜੈਸਟ ਔਰ ਐਸੀਮੀਲੇਟ ਕਰਨ ਦੇ ਲਈ। ਉਸ ਤੋਂ ਇਲਾਵਾ ਜਿੰਨੇ ਡਿਫਰੈਂਟ ਕਲਰ ਦੇ ਫਰੂਟਸ ਐਂਡ ਵੈਜੀਟੇਬਲਸ ਹੈ ਉਹ ਵੀ ਪ੍ਰੋਟੀਨ ਦੇ ਨਾਲ ਸਾਨੂੰ ਇਨਟੇਕ ਕਰਨੇ ਚਾਹੀਦੇ ਹੈਗੇ। ਨੋ ਡਾਊਟ ਪ੍ਰੋਟੀਨ ਹਰ ਮੀਲਸ ਦੇ ਵਿੱਚ ਹਰ ਸਨੈਕਸ ਦੇ ਵਿੱਚ ਪ੍ਰੋਟੀਨ ਹੋਣਾ ਹੀ ਚਾਹੀਦਾ ਕਿਉਂਕਿ ਸਾਡੀ ਡਾਈਟ ਦੇ ਵਿੱਚ ਖਾਸ ਕਰਕੇ ਅਗਰ ਮੈਂ ਪੰਜਾਬੀਆਂ ਦੀ ਡਾਈਟ ਕਹਾਂ तो बहुत ही ज़्यादा कार्ब्स डोमिनेटिंग डाइट है बहुत ही ज़्यादा और वो भी सिंपल कार्ब्स मतलब कि सिंपल सफ़ेद चीज़ां मैदे दियां बनी हुई चीज़ां चीनी दियां बनी हुई चीज़ां जिहड़ियां कि सिंपल कार्ब्स प्रोवाइड करदियां उन्हां दे नाल डोमिनेशन है तो ਉਹਦੀ डोमिनेशन ਨੂੰ ਘਟਾ ਕੇ ਸਾਨੂੰ ਕੰਪਲੈਕਸ ਕਾਰਬੋਹਾਈਡਰੇਟ ਜਿੱਦਾਂ ਮੈਂ ਸੀਰੀਅਲਸ ਦੀ ਗੱਲ ਕੀਤੀ ਹੈ ਮਿਲਟਸ ਇੰਟਰੋਡਿਊਸ ਕੀਤੇ ਜਾਣ ਆਪਣੀ ਡਾਈਟ ਦੇ ਵਿੱਚ। ਮੱਕੀ ਹੈ ਜਵਾਰ ਹੈ ਬਾਜਰਾ ਹੈ ਰਾਗੀ ਹੈ डिफरेंट तरह ਦੀਆਂ ਦਾਲਾਂ ਹੈ ਪਨੀਰ ਹੈ ਟੋਫੂ ਹੈ तो डिफरेंट डेयरी प्रोडक्ट्स है दूध है पनीर है
ਘਰ ਦਾ ਬਣਿਆ ਹੋਇਆ। ਇਸ ਤੋਂ ਇਲਾਵਾ ਜਿੰਨੇ ਵੀ ਰਾਜਮਾ, ਛੋਲੇ, ਰੌਂਗੀ, ਇਹ ਜਿੰਨੀਆਂ ਸਾਰੀਆਂ ਚੀਜ਼ਾਂ ਇਹਨਾਂ ਨੂੰ ਇੰਟਰੋਡਿਊਸ ਕੀਤਾ ਜਾਵੇ, ਰੂਟੀਨ ਦੇ ਵਿੱਚ ਖਾਇਆ ਜਾਵੇ। ਔਰ ਇਸ ਤੋਂ ਇਲਾਵਾ ਜਿਹੜਾ ਹੈਗਾ ਫਰੂਟਸ ਔਰ ਵੈਜੀਟੇਬਲਸ, ਉਹ ਸਾਰੀਆਂ ਮਤਲਬ ਇੱਕ ਤਰ੍ਹਾਂ ਦੀ ਇੱਕ ਬੈਲੈਂਸਡ ਮੀਲ ਜਦੋਂ ਮੈਂ ਕਹਿੰਦੇ ਕਿ ਉਹ ਚੀਜ਼ਾਂ ਖਾਈਆਂ ਜਾਣ, ਸੋ ਦੈਟ ਕਿ ਪ੍ਰੋਟੀਨ ਇਨਟੇਕ ਵੀ ਹੋ ਜਾਏ ਤੇ ਅਸੀਂ ਸਿੰਪਲ ਕਾਰਬਸ ਨੂੰ ਹਟਾ ਕੇ ਖਾਲੀ ਕਾਰਬਸ ਨੂੰ ਨਾ ਡਾਊਨਲੋਡ ਮਤਲਬ ਆਪਣੀ ਬਾਡੀ ਦੇ ਵਿੱਚ ਇੰਪੋਰਟੈਂਸ ਦੇਈਏ, ਪ੍ਰੋਟੀਨ ਵੀ ਇਨਟੇਕ ਕਰੀਏ। ਲੇਕਿਨ ਜਿਹੜੀ ਤੁਸੀਂ ਪ੍ਰੋਟੀਨ ਵਧਣ ਦੀ ਗੱਲ ਕੀਤੀ ਹੈ, ਉਹ ਉਹਨਾਂ ਕੇਸਿਸ ਦੇ ਵਿੱਚ ਹੈ ਜਿਹੜੇ ਬਹੁਤ ਜ਼ਿਆਦਾ ਪਾਣੀ ਦਾ ਇਨਟੇਕ ਨਹੀਂ ਕਰਦੇ। ਵੈਨਐਵਰ ਯੂ ਆਰ ਈਟਿੰਗ ਪ੍ਰੋਟੀਨ ਯੂ ਨੀਡ ਟੂ ਟੇਕ ਅ ਰਾਈਟ ਅਮਾਊਂਟ ਆਫ ਵਾਟਰ ਆਲਸੋ। तो 3 ਤੋਂ 4 ਲੀਟਰ ਪਾਣੀ, ਜਿਹਦਾ ਅੱਜਕੱਲ ਗਰਮੀ ਦਾ ਸੀਜ਼ਨ ਹੈਗਾ ਤਾਂ ਸਰਦੀਆਂ ਦੇ ਵਿੱਚ ਲੋਕ ਪਾਣੀ ਪੀਣਾ ਬੰਦ ਕਰ ਦਿੰਦੇ। ਸਰਦੀ ਹੋਏ ਗਰਮੀ ਹੋਏ ਜਿੰਨੀ ਬਾਡੀ ਨੂੰ ਰਿਕੁਆਇਰਮੈਂਟ ਹੈ ਪਾਣੀ ਜ਼ਰੂਰ ਪੀਣਾ ਚਾਹੀਦਾ। ਬਿਕੋਜ਼ ਅਗਰ ਬਾਡੀ ਦੀ ਕਲੀਅਰੈਂਸ ਠੀਕ ਹੋਏਗੀ, ਤੁਹਾਡੀ ਕਿਡਨੀ ਦੀ ਫੰਕਸ਼ਨਿੰਗ ਬੈਟਰ ਹੁੰਦੀ ਰਹੇਗੀ, ਤਾਂ ਤੁਹਾਨੂੰ ਕੋਈ ਵੀ ਕਿਡਨੀ ਜਿਹੜੀ ਇਹਦੀ ਪ੍ਰੋਟੀਨ ਦੀ ਜਿਹੜੀ ਹੈਗੀ ਹੈ ਐਕੂਮੂਲੇਸ਼ਨ ਦੀ ਪ੍ਰੋਬਲਮ ਨਹੀਂ ਆਏਗੀ। ਅੱਛਾ, ਤੁਸੀਂ ਬਹੁਤ ਸਾਰੀਆਂ ਦਾਲਾਂ ਦਾ ਨਾਮ ਲਿਆ ਔਰ ਤੁਸੀਂ ਕਿਹਾ ਕਿ ਪ੍ਰੋਟੀਨ ਜਿਹੜਾ ਇਦਾਂ ਨਹੀਂ ਵਧਦਾ ਹੈ ਨਾ, ਸੋ ਹੋਰ ਕਿਹੜੀਆਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖਣਾ ਚਾਹੀਦਾ ਹੈ, ਕਿਹੜੀ ਡਾਈਟ ਜਿਹੜੀ ਹੈ ਉਹਨੂੰ ਧਿਆਨ ਦੇ ਵਿੱਚ ਰੱਖਣਾ ਚਾਹੀਦਾ ਇਹਨਾਂ ਤੋਂ ਇਲਾਵਾ ਕਿ ਅਸੀਂ ਜਿਹੜਾ ਹੈ ਜਿੱਦਾਂ ਮੌਸਮੀ ਬਿਮਾਰ ਨਾ ਪਈਏ? ਹਾਂਜੀ, ਮੌਸਮੀ ਬਿਮਾਰ ਹੋਣ ਲਈ ਜਿੱਦਾਂ ਆਪਾਂ ਪਿਛਲੇ 2-3 ਸਾਲਾਂ ਤੋਂ ਕੋਵਿਡ ਦਾ ਬਹੁਤ ਹੀ ਜ਼ਿਆਦਾ ਕਹਿਰ ਦੇਖਿਆ ਹੈ। ਹਰ ਕੋਈ ਕਿਸੇ ਨਾ ਕਿਸੇ ਫੈਮਿਲੀ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਅਫੈਕਟ ਕੀਤਾ ਹੈਗਾ ਕਰੋਨਾ ਨੇ। ਤਾਂ ਉਦੋਂ ਤੋਂ ਹੀ ਅਸੀਂ ਇਮਿਊਨਿਟੀ ਬਾਰੇ ਜਾਣਨਾ ਸ਼ੁਰੂ ਕੀਤਾ ਹੈ। ਬਟ ਇਮਿਊਨਿਟੀ ਹੁਣ ਤਾਂ ਬਹੁਤ ਜ਼ਿਆਦਾ ਪਬਲਿਸਿਟੀ ਹੋ ਰਹੀ ਹੈ, ਬਿਸਕਿਟਸ ਦੇ ਪੈਕਟਸ 'ਚ ਰਿਫਾਈਨਡ ਆਇਲਸ ਵੀ ਉਹ ਵੀ ਤੁਹਾਡੀ ਇਮਿਊਨਿਟੀ ਬੂਸਟ ਕਰ ਰਹੇ, ਬਟ ਦਿਸ ਇਜ਼ ਦਾ ਰੋਂਗ ਵੇ। ਸਾਨੂੰ ਇਹ ਸਾਰੀ ਚੀਜ਼ਾਂ ਨੂੰ ਸਮਝਣਾ ਚਾਹੀਦਾ ਹੈ। ਇਮਿਊਨਿਟੀ ਵਧਾਉਣ ਦੇ ਲਈ प्रोटीन का बहुत रोल है, मैक्रो न्यूट्रिएंट जितने भी है, कार्ब्स है, फैट्स है, माइक्रो मिनरल्स है, वाइटामिनस है, सब का इंपॉर्टेंट रोल है। स्ट्रैस फ्री लाइफ का इंपॉर्टेंट रोल है, अच्छी स्लीप का इंपॉर्टेंट रोल है। और इस तो इलावा ਫਿਜ਼ੀਕਲ ਐਕਟੀਵਿਟੀ ਦਾ ਜਦੋਂ ਇਹ ਸਾਰੀਆਂ ਕੰਬੀਨੇਸ਼ਨ ਦੇ ਨਾਲ ਚੀਜ਼ਾਂ ਬਦਲਣਗੀਆਂ, ਤੁਸੀਂ ਰੂਟੀਨ ਦੇ ਲਈ ਮਤਲਬ ਇਹ ਨਹੀਂ ਹੈ ਕਿ ਤੁਸੀਂ 2 ਮਹੀਨੇ ਕਰ ਲਿੱਤਾ ਫਿਰ ਤੁਸੀਂ ਕਹੋ ਅੱਛਾ ਠੀਕ ਹੈ ਮੇਰੀ ਇਮਿਊਨਿਟੀ ਬਣ ਗਈ, ਨਹੀਂ ਐਸਾ ਨਹੀਂ। ਫਰਮ ਦਾ ਵੈਰੀ ਬਿਗਨਿੰਗ ਮਤਲਬ ਸਿੰਸ ਚਾਈਲਡਹੁੱਡ ਇਹਨਾਂ ਚੀਜ਼ਾਂ ਦੇ ਉੱਤੇ ਧਿਆਨ ਦੇਣਾ ਚਾਹੀਦਾ। ਨੀਂਦ ਪ੍ਰੋਪਰ ਮਿਲੇ, ਡਾਇਵਰਸਿਟੀ ਮਿਲੇ ਬਾਡੀ ਨੂੰ, ਮਤਲਬ ਇੱਕੋ ਹੀ ਤਰ੍ਹਾਂ ਦੇ ਮੈਂ ਅੱਗੇ ਵੀ ਪਿੱਛੇ ਇੱਕ ਵੀਡੀਓ ਪਾਈ ਸੀਗੀ ਇਸ ਚੀਜ਼ ਦੇ ਉੱਤੇ ਕਿ ਡਾਇਵਰਸਿਟੀ ਲੈ ਕੇ ਆਓ ਬਾਡੀ ਦੇ ਵਿੱਚ। ਜਿਹੜੀ ਸਾਡੀ ਪੂਰੀ ਦੀ ਪੂਰੀ ਹੈਲਥ ਹੈਗੀ ਸਾਡੀ ਬਾਡੀ ਦੀ, ਇਮਿਊਨ ਸਿਸਟਮ ਵੀ ਸਾਡਾ ਗਟ ਦੇ ਉੱਤੇ ਡਿਪੈਂਡ ਕਰਦਾ ਹੈ। ਔਰ ਗਟ ਦੀ ਹੈਲਥ ਨੂੰ ਅੱਛਾ ਬਣਾਉਣ ਦੇ ਲਈ ਸਾਨੂੰ ਬਹੁਤ ਹੀ ਜ਼ਿਆਦਾ ਵੈਰਾਈਟੀ ਆਫ ਸੀਰੀਅਲਸ, ਵੈਰਾਈਟੀ ਆਫ ਫਰੂਟਸ ਐਂਡ ਵੈਜੀਟੇਬਲਸ, ਕਿਉਂਕਿ ਕਿਸੇ ਇੱਕ ਵੀ ਸੀਰੀਅਲ ਤੋਂ ਕਿਸੇ ਇੱਕ ਵੀ ਫਰੂਟਸ ਐਂਡ ਵੈਜੀਟੇਬਲ ਤੋਂ ਸਾਨੂੰ ਸਾਰਾ ਨਿਊਟ੍ਰੀਸ਼ਨ ਨਹੀਂ ਮਿਲ ਸਕਦਾ। ਸਾਡੀ ਪੂਰੀ ਬਾਡੀ ਦੀ ਫੰਕਸ਼ਨਿੰਗ ਵਾਸਤੇ ਸਾਨੂੰ ਬਹੁਤ ਹੀ ਜ਼ਿਆਦਾ ਡਾਇਵਰਸਿਟੀ ਦੀ ਜ਼ਰੂਰਤ ਹੈ। ਇਸ ਕਰਕੇ ਜਿਹੜੇ ਵੀ ਇਲਾਕੇ 'ਚ ਤੁਸੀਂ ਰਹਿ ਰਹੇ ਹੋ, ਸਾਊਥ 'ਚ ਰਹਿ ਰਹੇ ਹੋ, ਨਾਰਥ 'ਚ ਰਹਿ ਰਹੇ ਹੋ, ਈਸਟ ਵੈਸਟ ਕਿਤੇ ਵੀ ਰਹਿ ਰਹੇ ਹੋ, ਜੋ ਵੀ ਤੁਹਾਡੇ ਇਲਾਕੇ ਦੇ ਖਾਣ ਪਾਣ ਦੀਆਂ ਚੀਜ਼ਾਂ ਜੋ ਸਦੀਆਂ ਤੋਂ ਚੱਲੀਆਂ ਆ ਰਹੀਆਂ ਉਹਨਾਂ ਨੂੰ ਤੁਸੀਂ ਆਪਣੀ ਡਾਈਟ ਦੇ ਵਿੱਚ ਇੰਟਰੋਡਿਊਸ ਕਰੋ। ਉੱਥੋਂ ਦੇ ਜਿਹੜੇ ਵੀ ਤੁਹਾਡੇ ਤੇਲ ਹੈਗੇ, ਸਪੋਜ਼ ਅਸੀਂ ਪੰਜਾਬ 'ਚ ਹਾਂ, ਸਰੋਂ ਦਾ ਤੇਲ ਸਭ ਤੋਂ ਬੈਸਟ ਹੈ। ਸਾਨੂੰ ਕੋਈ ਜ਼ਰੂਰਤ ਨਹੀਂ ਕਿ ਅਸੀਂ ਓਲਿਵ ਆਇਲ ਹੀ ਇੱਥੇ ਯੂਜ਼ ਕਰੀਏ, ਤਾਂ ਸਰੋਂ ਦਾ ਤੇਲ ਹੈ, ਦੇਸੀ ਘਿਓ ਹੈ, ਮੱਖਣ ਹੈ, ਉਹ ਸਾਰੀਆਂ ਚੀਜ਼ਾਂ ਅਸੀਂ ਅਡਾਪਟ ਕਰੀਏ ਔਰ ਰੂਟੀਨ ਦੇ ਵਿੱਚ ਲੈ ਕੇ ਆਈਏ। ਇਸੇ ਤਰੀਕੇ ਦੇ ਨਾਲ ਸਾਨੂੰ ਕੋਈ ਐਗਜ਼ੋਟਿਕ ਜਾਂ ਬਹੁਤ ਹੀ ਜ਼ਿਆਦਾ ਇੰਟਰਨੈਸ਼ਨਲ ਲੈਵਲ ਦੇ ਫਰੂਟਸ ਵੈਜੀਟੇਬਲਸ ਖਾਣ ਦੀ ਜ਼ਰੂਰਤ ਨਹੀਂ ਹੈ। ਜੋ ਵੀ ਨੈਚੁਰਲ ਚੀਜ਼ਾਂ, ਨੈਚੁਰਲ ਜਿਹੜੀਆਂ ਇਸ ਟਾਈਮ ਗਰਮੀਆਂ ਦੇ ਸੀਜ਼ਨ ਦੇ ਵਿੱਚ ਸਬਜ਼ੀਆਂ ਹੈਗੀਆਂ ਤੇ ਉਹ ਖਾਈਏ, ਜੋ ਵੀ ਗਰਮੀਆਂ ਦਾ ਫਰੂਟ ਹੈ ਉਹ ਅਸੀਂ ਖਾਈਏ। ਇਮਿਊਨਿਟੀ ਦੇ ਲਈ ਇਹੀ ਚੀਜ਼ਾਂ ਜ਼ਰੂਰਤ ਹੈ। ਔਰ ਸਭ ਤੋਂ ਇੰਪੋਰਟੈਂਟ ਚੀਜ਼ ਹੈ ਅੱਜ ਦੀ ਯੰਗ ਜਨਰੇਸ਼ਨ ਨੂੰ ਮੈਂ ਜ਼ਰੂਰ ਇਹ ਮੈਸੇਜ ਦੇਣਾ ਚਾਹੂੰਗੀ ਕਿ ਉਹ ਨੀਂਦ ਉੱਤੇ ਪੂਰਾ ਧਿਆਨ ਰੱਖਣ। ਬਿਕੋਜ਼ ਅਗਰ ਤੁਹਾਡੀ ਰਾਤ ਦੀ 8-9 ਘੰਟੇ ਦੀ ਨੀਂਦ ਅਗਰ ਪੂਰੀ ਨਹੀਂ ਹੈਗੀ ਤਾਂ ਤੁਸੀਂ ਤੁਹਾਡੀ ਕਦੇ ਵੀ ਇਮਿਊਨਿਟੀ ਜਿਹੜੀ ਹੈਗੀ ਹੈ ਉਹ ਨਹੀਂ ਅੱਛੀ ਹੋ ਸਕਦੀ। ਇਸ ਲਈ 8 ਘੰਟੇ ਦੀ ਪ੍ਰੋਪਰ ਸਾਊਂਡ ਸਲੀਪ ਲਵੋ। ਫਿਜ਼ੀਕਲ ਐਕਟੀਵਿਟੀ ਨੂੰ ਰੋਜ਼ ਦਾ 1 ਘੰਟੇ ਦਾ, ਜਿੱਦਾਂ WHO ਸਾਡੀ ਵਰਲਡ ਹੈਲਥ ਆਰਗੇਨਾਈਜੇਸ਼ਨਸ ਨੇ ਵੀ ਕਿਹਾ ਹੋਇਆ ਹੈਗਾ ਕਿ ਘੱਟੋ ਘੱਟ ਚਾਹੇ 5 ਦਿਨ 1 ਤੋਂ ਸਵਾ ਘੰਟਾ ਜਿਹੜੀ ਵਰਕਆਊਟ ਹੈਗਾ ਉਹ ਬਹੁਤ ਹੀ ਜ਼ਰੂਰੀ ਹੈ। ਜੋ ਤੁਹਾਡੀ ਬਾਡੀ ਅਲਾਉ ਕਰਦੀ, ਤੁਹਾਡੀ ਵਾਕ ਕਰ ਸਕਦੇ ਹੋ, ਵਾਕ ਕਰੋ, ਸਟਰੈਂਥ ਟ੍ਰੇਨਿੰਗ ਕਰੋ, ਯੋਗਾ ਕਰੋ, ਜ਼ੁੰਬਾ ਕਰੋ, ਵਾਟ ਐਵਰ ਯੂ ਇੰਜੋਏ। तो ਉਹ ਸਾਰੀਆਂ ਚੀਜ਼ਾਂ ਤੁਸੀਂ ਜ਼ਰੂਰ ਆਪਣੀ ਦਿਨਚਰਿਆ ਦੇ ਵਿੱਚ ਸ਼ਾਮਿਲ ਲੈ ਕਰੋ ਅੱਛੀ ਇਮਿਊਨਿਟੀ ਬਣਾਉਣ ਦੇ ਲਈ। ਹਾਂਜੀ, ਅੱਛਾ ਡਾਕਟਰ ਸਾਹਿਬ, ਮੈਂ ਗੱਲ ਕਰਾਂ ਜਿੱਦਾਂ ਤੁਸੀਂ ਇਮਿਊਨਿਟੀ ਦੀ ਗੱਲ ਕੀਤੀ, ਮੈਟਾਬੋਲਿਜ਼ਮ ਦੀ ਗੱਲ ਕਰ ਲਈਏ ਤਾਂ ਬਹੁਤ ਲੋਕ ਅਜਿਹੇ ਵੀ ਨੇ ਕੁਝ ਵੀ ਖਾਂਦੇ ਨੇ ਤਾਂ ਉਹਨਾਂ ਨੂੰ ਬਾਥਰੂਮ ਜਿਹੜਾ ਉਹ ਜਾਣਾ ਪੈ ਜਾਂਦਾ ਹੈ ਨਾ। ਸੋ ਪਾਚਨ ਸ਼ਕਤੀ ਜੇਕਰ ਗੱਲ ਕਰੀਏ, ਪਚਣ ਦੀ ਸ਼ਕਤੀ ਜਿਹੜੀ ਹੈ, ਖਾਣਾ ਪਚਾਉਣ ਦੀ ਸ਼ਕਤੀ ਉਹਨਾਂ 'ਚ ਨਹੀਂ ਹੁੰਦੀ। ਸੋ ਕੀ ਕਾਰਨ ਸਮਝਦੇ ਹੋ ਕਿ ਜਿਹੜਾ ਕੁਝ ਵੀ ਖਾਣ ਤੋਂ ਬਾਅਦ ਉਹਨਾਂ ਨੂੰ ਜਿਹੜਾ ਹੈ ਜਾਣਾ ਹੀ ਪੈਂਦਾ ਬਾਥਰੂਮ? ਬਹੁਤ ਹੀ ਅੱਛਾ ਸਵਾਲ ਹੈ ਅਮਨ, ਬਿਕੋਜ਼ ਅੱਜ ਦੀ ਅਗਰ ਮੈਂ ਗੱਲ ਕਰੂੰ ਆਪਣੇ ਪੇਸ਼ੈਂਟਸ ਦੀ ਤਾਂ ਮੇਰੇ ਕੋਲ 80% ਪੇਸ਼ੈਂਟਸ ਜਿਹੜੇ ਹੈਗੇ ਨਾ ਉਹ ਪੇਟ ਦੀ ਪ੍ਰੋਬਲਮ ਦੇ ਨਾਲ ਆ ਰਹੇ। ਔਰ ਪੇਟ ਦੀ ਪ੍ਰੋਬਲਮਸ ਇੰਨੀ ਜ਼ਿਆਦਾ ਕੰਪਲਿਕੇਸ਼ਨਸ ਹੋ ਗਈ ਬਿਕੋਜ਼ IBS, ਇਰੀਟੇਬਲ ਬਾਵਲ ਸਿੰਡਰੋਮ ਬਹੁਤ ਹੀ ਜ਼ਿਆਦਾ ਕਾਮਨ ਡਿਜ਼ੀਜ਼ ਹੋ ਗਈ, ਜਿਹਦੇ ਕਿ ਸਿੰਪਟਮਸ ਦੇ ਵਿੱਚ ਤੁਹਾਨੂੰ ਬਲੋਟਿੰਗ ਹੈ, ਗੈਸ ਹੈ, ਕਦੀ ਕਨਸਟੀਪੇਸ਼ਨ ਹੈ, ਕਦੀ ਡਾਇਰੀਆ ਹੈ, ਕਦੀ ਦੋਨੋਂ ਚੀਜ਼ਾਂ ਹੈ, ਤੁਸੀਂ ਹਰ ਟਾਈਮ ਇਰੀਟੇਟਡ ਫੀਲ ਰਹਿੰਦੇ ਹੋ, ਤੁਹਾਡਾ ਹਾਰਟ ਬਰਨ ਹੁੰਦੀ ਹੈ। ਤਾਂ ਇਹ ਕਿਤੇ ਨਾ ਕਿਤੇ ਅਗਰ ਇਹਦੀ ਸ਼ੁਰੂਆਤ ਜਿਹੜੀ ਹੈਗੀ ਤੁਸੀਂ ਕ੍ਰੋਨਿਕ ਜਦੋਂ ਹੋ ਜਾਂਦੀ ਹੈ ਉਦੋਂ ਹੀ ਤੁਸੀਂ ਡਾਕਟਰਸ ਕੋਲ ਜਾਣਾ ਸ਼ੁਰੂ ਕਰਦੇ ਹੋ, ਉਦੋਂ ਹੀ ਤੁਸੀਂ ਆਪਣੇ ਟੈਸਟ ਵਗੈਰਾ ਕਰਾਉਂਦੇ ਹੋ। ਪਰ ਇਹਦੀ ਸ਼ੁਰੂਆਤ ਕਿਤੇ ਨਾ ਕਿਤੇ ਮੈਂ ਅਗਰ ਗੱਲ ਕਰੂੰ ਤਾਂ ਇਹ ਬਚਪਨ ਤੋਂ ਹੀ ਐਗਜ਼ਿਸਟ ਕਰ ਰਹੀ ਹੁੰਦੀ ਹੈ।
ਜੋ ਮੈਂ ਐਨਾਲਿਸਿਸ ਕੀਤਾ ਪੇਸ਼ੈਂਟਸ ਦਾ ਕਿ ਇਹ ਪ੍ਰੋਬਲਮ ਬਚਪਨ ਤੋਂ ਐਗਜ਼ਿਸਟ ਕਰ ਰਹੀ ਹੈ, ਬਚਪਨ ਤੋਂ ਹੀ ਕਿਤੇ ਨਾ ਕਿਤੇ ਬੱਚਾ ਇੱਕ ਅੱਧੀ ਚੀਜ਼ ਹੀ ਖਾਂਦਾ ਹੈਗਾ, ਉਸ ਤੋਂ ਬਾਅਦ ਉਹਨੂੰ ਉਹ ਖਾਂਦਾ ਨਹੀਂ ਹੈ, ਫਿਰ ਮੁੜ ਕੇ ਕਦੀ ਲਾਈਫ ਦੇ ਵਿੱਚ, ਕਿਉਂਕਿ ਬਾਡੀ ਦੇ ਵਿੱਚ ਹਰ ਪ੍ਰੋਟੀਨ ਨੂੰ ਡਾਈਜੈਸਟ ਕਰਨ ਲਈ ਡਿਫਰੈਂਟ ਇੰਜ਼ਾਈਮਸ ਬਣਦੇ ਆ, ਫੈਟ ਨੂੰ ਡਾਈਜੈਸਟ ਕਰਨ ਲਈ ਡਿਫਰੈਂਟ ਇੰਜ਼ਾਈਮਸ ਬਣਦੇ ਆ। ਔਰ ਅਗਰ ਤੁਸੀਂ ਉਹ ਚੀਜ਼ ਬਚਪਨ 'ਚ ਖਾਧੀ ਨਹੀਂ ਹੈ ਜਾਂ ਛੋੜ ਦਿੱਤੀ ਹੈ ਜਾਂ ਤੁਹਾਨੂੰ ਟੇਸਟ ਨਹੀਂ ਡਿਵੈਲਪ ਹੋਇਆ, ਲੇਟਰ ਔਨ ਜਾ ਕੇ ਤੁਸੀਂ ਕਰਨ ਦੀ ਕੋਸ਼ਿਸ਼ ਕਰਦੇ ਹੋ ਤਾਂ ਬਾਡੀ ਦੇ ਵਿੱਚੋਂ ਡਾਈਜੈਸ਼ਨ ਜਿਹੜਾ ਹੈਗਾ ਉਹਦਾ ਵੀਕ ਹੋ ਜਾਂਦਾ। ਇਹਦੇ ਨਾਲ ਵੀ ਸਟ੍ਰੈਸ ਦਾ ਵੀ ਲਿੰਕਡ ਹੈਗਾ, ਜਿੱਦਾਂ ਪੇਟ ਦੀਆਂ ਬਿਮਾਰੀਆਂ ਤੁਸੀਂ ਕਿਹਾ ਹੈਗਾ ਕਿ ਉਹਨਾਂ ਦਾ ਡਾਈਜੈਸ਼ਨ ਵੀਕ ਹੋ ਜਾਂਦਾ, ਇਹਦਾ ਸਟ੍ਰੈਸ ਨਾਲ ਲਿੰਕਡ ਬਹੁਤ ਜ਼ਿਆਦਾ ਹੈ, ਬਿਕੋਜ਼ ਸਾਡੀ ਪੇਟ ਦੀ ਹੈਲਥ ਸਾਡੀ ਬ੍ਰੇਨ ਦੀ ਹੈਲਥ ਨਾਲ ਕਨੈਕਟਡ ਹੈਗੀ ਹੈ। ਔਰ ਅਗਰ ਬ੍ਰੇਨ ਤੁਹਾਡਾ ਸਟ੍ਰੈਸਡ ਹੈਗਾ ਬਿਕੋਜ਼ ਆਫ ਐਨੀ ਰੀਜ਼ਨ, ਨੀਂਦ ਨਹੀਂ ਪੂਰੀ ਕੀਤੀ, ਤਾਂ ਵੀ ਸਟ੍ਰੈਸ ਦਾ ਕੋਰਟੀਸੋਲ ਲੈਵਲ ਹਾਰਮੋਨ ਹੈ ਸਾਡੇ ਬਾਡੀ ਦਾ, ਉਹ ਵੱਧ ਜਾਂਦਾ ਹੈਗਾ। ਸਟ੍ਰੈਸ ਕਰਕੇ ਤੁਹਾਡਾ ਜਿਹੜੀ ਕਨੈਕਟੀਵਿਟੀ ਹੈ ਪੇਟ ਦੀ ਮਾਈਂਡ ਦੇ ਨਾਲ ਉਹ ਨਹੀਂ ਹੋ ਪਾਉਂਦੀ, ਉਹਦੇ ਕਰਕੇ ਜਿਹੜਾ ਤੁਸੀਂ ਖਾਣਾ ਖਾਇਆ ਹੈਗਾ ਉਹ ਪ੍ਰੋਪਰ ਜਿਹੜਾ ਤੁਸੀਂ ਖਾ ਤਾਂ ਰਹੇ ਹੋ ਲੇਕਿਨ ਤੁਹਾਡਾ weight gain ਨਹੀਂ ਹੋ ਰਿਹਾ, ਤੁਸੀਂ ਖਾ ਰਹੇ ਹੋ ਲੇਕਿਨ ਤੁਹਾਡਾ ਤੁਸੀਂ ਅੰਦਰ ਬਹੁਤ ਜ਼ਿਆਦਾ ਵੀਕ ਫੀਲ ਕਰਦੇ ਹੋ। ਬਹੁਤ ਸਾਰੇ ਪੇਸ਼ੈਂਟ ਆਉਂਦੇ ਕਹਿੰਦੇ ਮੈਮ ਨਹੀਂ ਕਿ ਮੈਂ ਰੋਟੀ ਖਾ ਰਹੀ, ਚਾਵਲ ਖਾ ਰਹੀ, ਮੈਂ ਡਰਾਈ ਫਰੂਟਸ ਵੀ ਖਾ ਰਹੀ, ਮੈਂ ਫਰੂਟਸ ਵੀ ਖਾ ਰਹੀ ਹਾਂ, ਬਟ ਮੇਰੀ ਬਾਡੀ weight gain ਨਹੀਂ ਕਰ ਰਹੀ ਔਰ ਮੇਰੀ ਸਟਰੈਂਥ ਨਹੀਂ ਇੰਨੀ ਬਣ ਰਹੀ। ਰੀਜ਼ਨ ਇਹੀ ਹੈ ਕਿਉਂਕਿ ਖਾਣਾ ਹੀ ਇੰਪੋਰਟੈਂਟ ਨਹੀਂ ਹੈ, ਬਾਡੀ ਦੇ ਵਿੱਚ ਅਸਿਮੀਲੇਟ ਹੋਣਾ, ਉਹਦਾ ਡਾਈਜੈਸਟ ਹੋਣਾ ਓਨਾ ਹੀ ਇੰਪੋਰਟੈਂਟ ਹੈਗਾ। ਉਹਦੇ ਲਈ ਸਾਨੂੰ ਬੈਕ ਟੂ ਬੇਸਿਕਸ ਦੇ ਉੱਤੇ ਜਾਣਾ ਪਏਗਾ। ਸਭ ਤੋਂ ਪਹਿਲਾਂ ਹਰ ਕੋਈ ਅੱਜ ਕੱਲ੍ਹ ਪ੍ਰੋਬਾਇਓਟਿਕਸ ਦੇ ਬਾਰੇ 'ਚ ਗੱਲ ਕਰਦਾ ਹੈ, ਪ੍ਰੀਬਾਇਓਟਿਕਸ ਦੇ ਬਾਰੇ 'ਚ ਗੱਲ ਕਰਦਾ ਹੈ, ਲੇਕਿਨ ਉਹਨੂੰ ਆਪਣੀ ਰੂਟੀਨ ਦੇ ਵਿੱਚ ਆਪਾਂ ਸਪਲੀਮੈਂਟਸ ਜਾਂ ਉਹਦੀ ਫਾਰਮ ਦੇ ਵਿੱਚ ਲੈਣਾ ਸ਼ੁਰੂ ਕਰਦੇ। ਉਸ ਦੀ ਜਿਹੜੀ ਸਾਨੂੰ ਸਾਡੀਆਂ ਟ੍ਰੈਡੀਸ਼ਨਲ ਚੀਜ਼ਾਂ ਸੀਗੀਆਂ ਜਿੱਦਾਂ ਦਹੀਂ ਲੱਸੀ ਬਹੁਤ ਲੋਕਾਂ ਨੇ ਖਾਣਾ ਛੋੜ ਦਿੱਤਾ ਹੈਗਾ, ਬਹੁਤ ਅੱਛਾ ਪ੍ਰੋਬਾਇਓਟਿਕ ਔਰ ਪ੍ਰੀਬਾਇਓਟਿਕ। ਕੇਲਾ ਸਾਡਾ ਹੈਗਾ, ਕੇਲੇ ਨੂੰ ਫੈਟਨਿੰਗ ਦਾ ਰੂਪ ਦੇ ਦਿੱਤਾ, ਬਟ ਕੇਲਾ ਬਹੁਤ ਅੱਛਾ ਪ੍ਰੀਬਾਇਓਟਿਕ ਹੈ, ਤਾਂ ਕੇਲਾ ਜ਼ਰੂਰ ਖਾਓ ਕਿਉਂਕਿ ਇਹ ਪ੍ਰੋਬਾਇਓਟਿਕਸ ਜਿਹੜੇ ਸਾਡੇ ਗੁੱਡ ਬੈਕਟੀਰੀਆ ਉਹਨਾਂ ਦੀ ਖੁਰਾਕ ਹੈ ਪ੍ਰੀਬਾਇਓਟਿਕਸ। तो ਦੋਨਾਂ ਦਾ ਹੀ ਜਦ ਉਹਨਾਂ ਦੀ ਖੁਰਾਕ ਅੱਛੀ ਹੋਏਗੀ ਅੰਦਰ ਜਾਏਗੀ, ਹੋਲ ਗ੍ਰੇਨਸ ਜਿੰਨੇ ਵੀ ਹੈ ਉਹ ਵੀ ਪ੍ਰੀਬਾਇਓਟਿਕ ਦਾ ਸੋਰਸ ਹੈ। ਤਾਂ ਇਸ ਕਰਕੇ ਹੋਲ ਗ੍ਰੇਨਸ, ਦਾਲਾਂ, ਜਿੱਦਾਂ ਮੈਂ ਪਹਿਲੇ ਸੀਰੀਅਲਸ ਦਾ ਨਾਮ ਦਿੱਤਾ, ਉਹ ਸਾਰੇ ਆਪਣੀ ਥੋੜ੍ਹੀ ਥੋੜ੍ਹੀ ਅਮਾਊਂਟ ਦੇ ਵਿੱਚ ਵੈਰਾਈਟੀ ਦੇ ਨਾਲ ਸ਼ਾਮਿਲ ਕਰੋ। ਦਹੀਂ ਲੱਸੀ ਨੂੰ ਲੈ ਕੇ ਆਓ, ਜਿੰਨੀਆਂ ਸਾਡੀਆਂ ਟ੍ਰੈਡੀਸ਼ਨਲ ਚੀਜ਼ਾਂ ਸੀਗੀਆਂ, ਫਰਮੈਂਟਡ ਚੀਜ਼ਾਂ ਜ਼ਿਆਦਾ ਤੋਂ ਜ਼ਿਆਦਾ ਖਾਓ ਤਾਂ ਕਿ ਤੁਹਾਡੀ ਗਟ ਹੈਲਥ ਜਿਹੜੀ ਮਾਈਕਰੋ ਬੈਕਟੀਰੀਆ ਦੀਆਂ ਕॉलोनीज ਹੈਗੀਆਂ ਤੁਹਾਡੀ ਬਾਡੀ ਦੇ ਅੰਦਰ, ਗੁੱਡ ਬੈਕਟੀਰੀਆ ਦੀਆਂ, ਉਹ ਐਕਸਪੈਂਡ ਹੋਣਗੀਆਂ ਤਾਂ ਉਹ ਤੁਹਾਨੂੰ ਡਾਈਜੈਸ਼ਨ ਦੇ ਵਿੱਚ, ਅਸੀਮੀਲੇਸ਼ਨ ਦੇ ਵਿੱਚ ਹੈਲਪ ਕਰਨਗੀਆਂ। ਉਹਦੇ ਲਈ ਕਰਨਾ ਕੁਛ ਨਹੀਂ ਹੈ, ਜਿਹੜੀਆਂ ਸਾਡੀਆਂ ਪੁਰਾਣੀਆਂ ਚੀਜ਼ਾਂ ਸੀ, ਸਿੱਧਾ ਸੀ ਸਾਡੇ ਨਾਨੀ ਔਰ ਦਾਦੀ ਕਾਂਜੀ ਬਣਾ ਕੇ ਪੀਂਦੇ ਹੁੰਦੇ ਸੀ ਸੀਜ਼ਨ ਦੇ ਵਿੱਚ, ਹੁਣ ਉਹ ਕਿਤੇ ਨਾ ਕਿਤੇ ਉਹ ਆਪਾਂ ਭੁੱਲ ਹੀ ਗਏ ਹਾਂ ਉਹਨਾਂ ਚੀਜ਼ਾਂ ਨੂੰ, ਤਾਂ ਉਹਨੂੰ ਕਾਂਜੀ ਨੂੰ ਵਾਪਸ ਲੈ ਕੇ ਆਓ। ਹੋਰ ਇਸ ਤੋਂ ਇਲਾਵਾ ਜਿੰਨੀਆਂ ਤੁਸੀਂ ਫਰਮੈਂਟਡ ਕਰਕੇ ਆਪਾਂ ਇਡਲੀ, ਢੋਕਲਾ, ਰਾਈਸ, ਇਹ ਵੀ ਰੈਡੀਮੇਡ ਇਨਸਟੈਂਟ ਮਿਕਸ ਵਾਲੇ ਨੇ ਕਰਨ ਦੀ ਬਜਾਏ ਉਹਨਾਂ ਨੂੰ ਤੁਸੀਂ ਘਰ ਫਰਮੈਂਟ ਕਰਕੇ ਬਣਾਓ। ਰਾਗੀ ਨੂੰ ਫਰਮੈਂਟ ਕਰਕੇ ਉਹਦੀਆਂ ਬਹੁਤ ਸਾਰੀਆਂ ਡਰਿੰਕਸ ਬਣਦੀਆਂ ਹੈਗੀਆਂ, ਉਹਨੂੰ ਤੁਸੀਂ ਆਪਣੀ ਦਿਨਚਰਿਆ ਦੇ ਵਿੱਚ ਲੈ ਕੇ ਆਓ। ਤਾਂ ਮੈਨੂੰ ਨਹੀਂ ਲੱਗਦਾ ਜਦੋਂ ਤੁਸੀਂ ਰੂਟੀਨ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਨੂੰ ਖਾਓਗੇ ਤਾਂ ਤੁਹਾਨੂੰ ਕੋਈ ਪੇਟ ਦੀ ਕੋਈ ਪ੍ਰੋਬਲਮ ਆਉਣ ਵਾਲੀ ਹੈ। ਔਰ ਸਭ ਤੋਂ ਇੰਪੋਰਟੈਂਟ ਚੀਜ਼ ਹੈਗੀ ਹੈ ਕਿ ਖਾਣਾ ਅਸੀਂ ਚਬਾ ਕੇ ਨਹੀਂ ਖਾਣਾ ਬੰਦ ਕਰ ਦਿੱਤਾ ਹੋਇਆ, ਬਹੁਤ ਹੀ ਵੀ ਆਰ ਆਲਵੇਜ਼ ਇਨ ਹਰੀ ਐਂਡ ਹਰੀ ਵਰੀ ਕਰੀ। ਵੀ ਆਲ ਨੋ ਕਿ ਆਲ ਦ 3 थिंग्स आर रियली बैड फॉर आवर स्टमक। तो हरीच नहीं खाना, कभी वरीच करके नहीं खाना, और करीज मीन्स कि बहुत ज़्यादा ग्रेवीज़ वाला, बहुत ज़्यादा तलिया भुनिया खाना, ਉਹਨੂੰ ਅਵੋਇਡ ਕਰਕੇ ਜਿਹੜੀ ਰੂਟੀਨ ਦੀ ਦਿਨਚਰਿਆ ਦਾ ਖਾਣਾ ਉਹਨੂੰ ਅੱਛੀ ਤਰੀਕੇ ਦੇ ਨਾਲ, ਮਤਲਬ ਭੋਜਨ ਭਜਨ ਨਾਰੀ ਪਰਦੇ ਕੀ ਅਧਿਕਾਰੀ ਐਸੇ ਹੀ ਨਹੀਂ ਕਹਿੰਦੇ ਸੀ, ਤਾਂ ਭੋਜਨ ਨੂੰ ਬਹੁਤ ਹੀ ਜ਼ਿਆਦਾ ਆਰਾਮ ਦੇ ਨਾਲ ਚਬਾ ਕੇ ਖਾਇਆ ਜਾਵੇ ਤਾਂ ਆਟੋਮੈਟਿਕਲੀ ਤੁਹਾਡੀਆਂ 80% ਬਿਮਾਰੀਆਂ ਤਾਂ ਉਦੋਂ ਹੀ ਠੀਕ ਹੋ ਜਾਣਗੀਆਂ ਜਦੋਂ ਉਹਨਾਂ ਨੂੰ 32 ਦੰਦਾਂ ਨਾਲ 32 ਵਾਰੀ ਚਬਾ ਕੇ ਖਾਓਗੇ। ਤਾਂ ਹਾਂਜੀ। ਅੱਛਾ, ਜਿੱਦਾਂ ਹੁਣ ਆਪਾਂ ਗੱਲ ਕਰ ਲਈਏ ਡਾਇਬੀਟਿਕਸ ਦੀ, ਤਾਂ ਮੈਨੂੰ ਲੱਗਦਾ ਕਿ ਹਰ ਤੀਸਰੇ ਘਰ 'ਚ, ਦੂਸਰੇ ਘਰ 'ਚ ਹੀ ਲਾ ਲਈਏ ਤਾਂ ਇੱਕ ਅੱਧਾ ਪੇਸ਼ੈਂਟ ਸਾਨੂੰ ਮਿਲ ਹੀ ਜਾਂਦਾ ਦੂਜੇ ਘਰ ਦੇ ਵਿੱਚ ਕਿ ਇਹਨਾਂ ਨੂੰ ਵੀ ਜੀ ਸ਼ੂਗਰ ਹੈ। ਸੋ ਸ਼ੂਗਰ ਵਾਲੇ ਪੇਸ਼ੈਂਟਸ ਦੇ ਲਈ ਬਹੁਤ ਸਾਰੀਆਂ ਚੀਜ਼ਾਂ ਦਾ ਕਿਹਾ ਜਾਂਦਾ ਕਿ ਪਰਹੇਜ਼ ਕਰ ਲਓ। ਸੋ ਬਹੁਤ ਸਾਰੀਆਂ ਚੀਜ਼ਾਂ ਅਜਿਹੀਆਂ ਨੇ ਜਿਨ੍ਹਾਂ ਨੂੰ ਉਹਨਾਂ ਨੇ ਧਿਆਨ ਦੇ ਵਿੱਚ ਰੱਖਣਾ ਹੁੰਦਾ। ਸੋ ਤੁਸੀਂ ਕਿਹੜੀਆਂ ਖਾਸ ਗੱਲਾਂ ਦਾ ਕਹੋਗੇ ਕਿ ਇਹਨਾਂ ਨੂੰ ਧਿਆਨ ਦੇ ਵਿੱਚ ਰੱਖਿਆ ਜਾਣ ਤਾਂ ਕਿ ਡਾਇਬੀਟੀਜ਼ ਪੇਸ਼ੈਂਟ ਜਿਹੜਾ ਆਪਣੀ ਸਿਹਤ ਦੇ ਸੰਬੰਧੀ ਧਿਆਨ ਰੱਖ ਲੈਣ? ਡਾਇਬੀਟੀਜ਼, ਅਮਨ ਦੇਖੋ, ਇੰਡੀਆ ਇਜ਼ ਬਿਕਮਿੰਗ ਦਾ ਕੈਪੀਟਲ ਆਫ ਡਾਇਬੀਟੀਜ਼, ਠੀਕ ਹੈ। ਬਹੁਤ ਹੀ ਹਰ, ਜਿੱਦਾਂ ਤੁਸੀਂ ਕਿਹਾ, ਹਰ ਘਰ ਦੇ ਵਿੱਚ ਡਾਇਬੀਟੀਜ਼ ਪਰਸਨ ਹੈ। ਔਰ ਬਹੁਤ ਹੀ ਜ਼ਿਆਦਾ ਮੈਨੂੰ ਇਸ ਚੀਜ਼ ਦਾ ਦੁੱਖ ਵੀ ਹੁੰਦਾ ਹੈ ਕਿ ਡਾਇਬੀਟਿਕ ਪੇਸ਼ੈਂਟਸ ਨੂੰ ਹੀ ਨਹੀਂ ਖੁਦ ਪਤਾ ਹੈਗਾ ਕਿ ਸਾਨੂੰ ਕਿਹੜੀ ਚੀਜ਼ ਖਾਣੀ ਚਾਹੀਦੀ ਔਰ ਕਿਹੜੀ ਨਹੀਂ ਖਾਣੀ ਚਾਹੀਦੀ, ਨਾ ਹੀ ਉਹਨਾਂ ਦੀ ਫੈਮਿਲੀ ਵਾਲਿਆਂ ਨੂੰ ਪਤਾ, ਜਦਕਿ ਜਿਹੜੀਆਂ ਚੀਜ਼ਾਂ ਉਹਨਾਂ ਨੂੰ ਖਾਣੀਆਂ ਚਾਹੀਦੀਆਂ ਉਹ ਅਵੋਇਡ ਕਰ ਦਿੰਦੇ, ਜਿਹੜੀਆਂ ਨਹੀਂ ਖਾਣੀਆਂ ਚਾਹੀਦੀਆਂ ਉਹ ਖਾ ਲੈਂਦੇ। ਅਤੇ ਸਭ ਤੋਂ ਵੱਡਾ ਇੱਕ ਵਹਿਮ ਜਿਹੜਾ ਡਾਇਬੀਟੀਜ਼ ਪੇਸ਼ੈਂਟਸ ਨੂੰ ਹੈਗਾ ਉਹ ਹੈਗਾ ਕਿ ਉਹ ਨਾ ਅਗਰ ਉਹ ਭਾਜੀ ਦੇ ਸਾਡੇ ਘਰਾਂ ਦੇ ਵਿੱਚ ਡੱਬੇ ਆਉਂਦੇ, ਉਹਨਾਂ ਦੇ ਅੱਗੇ ਕਿਸੇ ਵੀ ਡਾਇਬੀਟਿਕ ਪੇਸ਼ੈਂਟ ਦੇ ਅੱਗੇ, ਮੈਂ ਅਕਸਰ ਆਪਣੇ ਪੇਸ਼ੈਂਟਸ ਨੂੰ ਐਗਜ਼ਾਮਪਲ ਦਿੰਦੀ ਹਾਂ ਕਿ ਉਹਨਾਂ ਦੇ ਅੱਗੇ ਕਰ ਦੋ ਨਾ, ਅਤੇ ਉਹ ਕਹੇਗਾ ਮੈਂ ਅੱਛਾ ਸ਼ੱਕਰ ਪਾਰਾ ਨਹੀਂ ਲੈਂਦਾ, ਮੈਂ ਮੱਠੀ ਲੈ ਲੈਂਦਾ ਕਿ ਮੈਨੂੰ ਸ਼ੂਗਰ ਹੈ, ਜਾਂ ਨਮਕੀਨ ਵਾਲਾ ਡਿੱਬਾ ਰੱਖੋਗੇ ਤਾਂ ਮਿੱਠਾ ਬਿਸਕਿਟ ਨਹੀਂ ਚੁੱਕੇਗਾ, ਹਾਂ, ਅਤੇ ਅਸੀਂ ਗੁੜ ਵਾਲੇ ਲੈ ਲਏ। ਬਟ ਦਿਸ ਇਜ਼ ਰੋਂਗ ਥਿੰਗ, ਕਿਉਂਕਿ ਮੱਠੀ ਨੇ ਵੀ ਜਾ ਕੇ ਤੁਹਾਡੇ ਅੰਦਰ 'ਚ ਸ਼ੂਗਰ 'ਚ ਹੀ ਕਨਵਰਟ ਹੋਣਾ ਹੈ।
ਸੋ ਇਹ ਚੀਜ਼ ਸਮਝਣ ਦੀ ਜ਼ਰੂਰਤ ਹੈ। ਜਿੰਨੇ ਵੀ ਸਿੰਪਲ ਕਾਰਬਸ ਹੈ, ਚਾਹੇ ਉਹ ਨਮਕੀਨ ਦੀ ਫਾਰਮਸ ਹੈ, ਚਾਹੇ ਮਟਰ ਹੈ, ਚਾਹੇ ਮੱਠੀ ਹੈ, ਚਾਹੇ ਨਮਕੀਨ ਹੈ, ਸਾਰੀਆਂ ਦੀਆਂ ਸਾਰੀਆਂ ਜਿੰਨੀਆਂ ਪ੍ਰੋਸੈਸਡ ਪੈਕੇਜਡ ਮੈਦਾ ਬੇਸਡ ਚੀਜ਼ਾਂ, ਸਭ ਤੋਂ ਪਹਿਲਾਂ ਤਾਂ ਉਹਨੂੰ ਆਪਣੀ ਡਾਈਟ 'ਚੋਂ ਕੱਢੋ। ਮੇਰੇ ਕੋਲ ਪੇਸ਼ੈਂਟ ਆ ਰਿਹਾ ਕਹਿ ਰਿਹਾ ਕਿ ਮੈਡਮ ਮੈਂ ਤਾਂ ਬਹੁਤ ਧਿਆਨ ਰੱਖ ਰਿਹਾ, ਮੈਂ ਸਵੇਰੇ ਉੱਠ ਕੇ ਬਲੈਕ ਕੌਫੀ ਪੀ ਰਿਹਾ ਹੂੰ, ਮੈਂ ਨਾ ਉਹਦੇ 'ਚ ਦੁੱਧ ਪਾਉਂਦਾ ਹੂੰ, ਨਾ ਮੈਂ ਚੀਨੀ ਪਾਉਂਦਾ, ਬਟ ਉਹਦੇ ਨਾਲ ਮੈਂ 2-3 ਬਿਸਕਿਟ ਜ਼ਰੂਰ ਖਾ ਲੈਂਦਾ ਹੂੰ, ਚਾਹੇ ਮੈਂ ਮੈਰੀ ਦਾ ਹੀ ਬਿਸਕਿਟ ਖਾ ਰਿਹਾ। ਮੈਂ ਉਹਨਾਂ ਨੂੰ ਭਾਈ ਸਾਹਿਬ ਨੂੰ ਕਿਹਾ, ਮੈਂ ਕਿਹਾ ਤੁਸੀਂ ਚਾਹੇ ਦੁੱਧ ਦੇ ਆਪਣੀ ਕੌਫੀ ਦੇ ਵਿੱਚ ਥੋੜ੍ਹਾ ਜਿੰਨੀ ਦੁੱਧ ਵੀ ਪਾ ਲੈਂਦੇ ਜਾਂ ਥੋੜ੍ਹਾ ਜਿੰਨੀ ਚੀਨੀ ਵੀ ਪਾ ਲੈਂਦਾ ਚੱਲ ਜਾਂਦਾ ਸੀ, ਤੁਸੀਂ ਮੈਰੀ ਦਾ ਬਿਸਕਿਟ ਨਾ ਖਾਣੇ। 6 ਚਮਚ ਚੀਨੀ ਤਾਂ ਤੁਸੀਂ ਫਿਰ ਵੀ ਖਾ ਲਿੱਤੀ। ਇਹ ਬਹੁਤ ਵੱਡੀ ਚੀਜ਼ ਹੈ, ਤੁਹਾਨੂੰ ਅਵੋਇਡ ਕਰਨ ਦੀ ਜ਼ਰੂਰਤ ਹੈਗੀ ਹੈ। ਜਿੰਨੇ ਬਿਸਕਿਟਸ, ਨਮਕੀਨ, ਭੁਜੀਆ, ਇਹ ਸਭ ਚੀਜ਼ਾਂ ਆਉਂਦੀਆਂ, ਅਸੀਂ ਕੀ ਅਵੋਇਡ ਕਰਦੇ ਹਾਂ? ਕੇਲਾ, ਅਸੀਂ ਅਵੋਇਡ ਕਰਦੇ ਹਾਂ ਮੈਂਗੋ, ਅਸੀਂ ਅਵੋਇਡ ਕਰਦੇ ਹਾਂ ਗ੍ਰੇਪਸ, ਚੀਕੂ, ਬਟ ਦ ਡਾਇਬਟਿਕ ਪੇਸ਼ੈਂਟ ਕੈਨ ਹੈਵ ਮੈਂਗੋ। ਉਹਦੇ ਵਿੱਚ ਇੱਕ ਮੈਂਜੀਫਿਰਨ ਨਾਮ ਦਾ ਕੰਪਾਊਂਡ ਆਉਂਦਾ ਜੋ ਕਿ ਆਉਣ ਵਾਲੇ ਟਾਈਮ ਦੇ ਵਿੱਚ ਉਹ ਡਾਇਬਟੀਜ਼ ਦੀ ਟ੍ਰੀਟਮੈਂਟ ਲਈ ਯੂਜ਼ ਹੋਣ ਵਾਲਾ ਹੈ। ਸੋ ਮੈਂਗੋ ਕਲਪ੍ਰਿਟ ਨਹੀਂ ਹੈਗਾ ਡਾਇਬਟੀਜ਼ ਲਈ, ਕਲਪ੍ਰਿਟ ਹੈਗਾ ਤੁਹਾਡਾ ਮੈਦਾ, ਬਿਸਕਿਟ, ਨਮਕੀਨ, ਜੋ ਤੁਸੀਂ ਸਮੋਸੇ ਹੈ, ਪੀਜ਼ਾ ਹੈ, ਜੋ ਤੁਹਾਡੇ 버ਗਰ ਹੈ, ਨੂਡਲਸ ਹੈ, ਇਹ ਸਭ ਚੀਜ਼ਾਂ। ਜਾਂ ਸਭ ਤੋਂ ਇੰਪੋਰਟੈਂਟ ਚੀਜ਼ ਤੁਹਾਡੀ ਇਨਐਕਟੀਵਿਟੀ, ਜੋ ਤੁਸੀਂ ਮੂਵਮੈਂਟ ਹੀ ਨਹੀਂ ਕਰ ਰਹੇ। ਸਾਡੀ ਪੰਜਾਬੀ ਦੀ ਕਹਾਵਤ ਕੀ ਸੀ? ਰੱਜ ਕੇ ਖਾ ਤੇ ਰੱਜ ਕੇ ਵਾਹ। ਅਸੀਂ ਰੱਜ ਕੇ ਖਾ ਤਾਂ ਰਹੇ ਹਾਂ ਲੇਕਿਨ ਵਾਹਨ ਦਾ ਕੰਮ ਤਾਂ ਕੁਛ ਨਹੀਂ ਹੈ। ਤੋ ਡਾਇਬਟੀਜ਼ ਦਾ ਮੇਨ ਰੀਜ਼ਨ ਜਿਹੜਾ ਹੈਗਾ ਦੈਟ ਇਜ਼ ਇਨਐਕਟੀਵਿਟੀ, ਨੋ ਐਕਸਰਸਾਈਜ਼ ਐਟ ਆਲ। ਬੈਠੇ ਆ, ਰਿਮੋਟ ਦੇ ਨਾਲ ਟੀਵੀ ਚੱਲ ਰਿਹਾ, ਕਾਰ 'ਚ ਸਭ ਜਗ੍ਹਾ ਜਾ ਰਹੇ ਆ, ਐਕਸੀਲੇਟਰਸ ਯੂਜ਼ ਕਰ ਰਹੇ ਹਾਂ, ਲਿਫਟਸ ਯੂਜ਼ ਕਰ ਰਹੇ ਹਾਂ, ਬਟ ਵੀ ਆਰ ਨੋਟ ਮੂਵਿੰਗ ਐਟ ਆਲ। ਸੋ ਸਭ ਤੋਂ ਇੰਪੋਰਟੈਂਟ ਖਾन पान का सुधार तो है ही है। अपनी डाइट फाइबर, वेजिटेबल्स, फ्रूट की कोई मनाही नहीं है, खाओ, बट फ्रूट शुड बी यूज्ड एज अ सैपरेट स्नैक। मतलब फ्रूट जो तुसी खाना है वो तुसी सैपरेट स्नैक के उत्ते खाना है, सैपरेट स्नैक के उत्ते खाना। इनू ये नहीं है कि तुसी रोटी के नाल नहीं फ्रूट नू खाना, ठीक है। अगर तुसी एक अंब का छोटा पीस लै रहे हो या छोटा एक अंब का साइज़ खा रहे हो, तुसी खा सकते हो, पर तुसी इन्हें से मिड मॉर्निंग या लंच तो 2-2.5 घंटे के बाद वो चीज़ खाओ। एक लंबे लंबे गैप ना पाओ अपने खाने के विच। हर 2-2.5 घंटे बाद छोटे छोटे मील्स जड़े है। पोर्शन कंट्रोल इज़ द की, मॉडरेशन इज़ द की फॉर हेल्दी लाइफ स्टाइल। तो छोटे छोटे मील्स खाओ, थोड़ी थोड़ी देर बाद खाओ, और डेफिनेटली यू कैन हैव मैंगो ऑल्सो, यू कैन हैव बनाना ऑल्सो, नो प्रॉब्लम इन इट। बट जड़ियाँ चीज़ां अवॉइड करने वालियां वो करो। और पोस्ट मील्स वॉक डायबिटिक पर्सन ਲਈ बहुत ही ज़रूरी है। 10-10 मिनट की वॉक सारे दिन ਦੇ ਵਿੱਚ ਉਹਨਾਂ ਨੂੰ डिवाइड करो तो ਤੁਹਾਡੀ डायबिटीज़ जड़ी है डेफिनेटली। आई हैव रिवर्स डायबिटीज़ ऑफ सो मैनी पेशेंट्स, ठीक है। तो आप तुसी भी अपनी रिवर्स कर सकते हो। अच्छा, मैं एक अमन इत्थे एक चीज़ गल जरूर दसना चाहांगी पेशेंट्स ਨੂੰ कि अगर ਤੁਹਾਡੀ डायबिटीज़ सपोज 3 ਸਾਲਾਂ ਦੇ ਵਿੱਚ ਕਿਤੇ ਵੀ ਡਾਇਗਨੋਸ ਹੋਈ ਹੈ ਤਾਂ ਪਿਛਲੀ 3 ਸਾਲਾਂ ਦੀ ਡਾਇबिटीज़ ਨੂੰ ਤੁਸੀਂ ਵਿਦਨ ਅ ਈਅਰ ਰਿਵਰਸ ਕਰ ਸਕਦੇ ਹੋ ਇੱਕ ਅੱਛੇ ਲਾਈਫ ਸਟਾਈਲ ਦੇ ਨਾਲ ਔਰ ਰਾਈਟ ਅਪਰੋਚ ਦੇ ਨਾਲ। ਹਾਂਜੀ। ਅੱਛਾ, ਇਹ ਜਿੱਦਾਂ ਹੁਣ ਪੇਸ਼ੈਂਟ ਡਾਇਬਟਿਕ ਪੇਸ਼ੈਂਟ ਕਹਿ ਵੀ ਦਿੰਦਾ ਹੁੰਦਾ ਨਾ ਕਿ ਚਾਹ ਫਿੱਕੀ ਦੇ ਦਿਓ ਨਾਲ ਰਸਗੁੱਲਾ ਜਾਂ ਗੁਲਾਬ ਜਾਮਨ ਖਾ ਲੈਣਾ। ਐਗਜ਼ੈਕਟਲੀ, ਕਿਉਂਕਿ ਉਹਨਾਂ ਨੂੰ ਉਹ ਸਮਝ ਹੀ ਨਹੀਂ ਆ ਰਹੀ ਉਹ ਚੀਜ਼ ਦੀ, ਉਹ ਕਲਪ੍ਰਿਟ ਕਿਸੇ ਹੋਰ ਨੂੰ ਸਮਝੀ ਜਾ ਰਹੇ ਆ। ਔਰ ਇਹ ਡਾਇਬਟਿਕ ਪੇਸ਼ੈਂਟ ਦੀ ਆਮ ਚੀਜ਼ ਹੈਗੀ, ਔਰ ਉਹੀ ਉਹਨਾਂ ਦਾ ਕੋਲੇਸਟ੍ਰੋਲ ਵੀ ਵਧਾ ਰਹੇ ਉਹੀ ਫਿਰ। ਔਰ ਮੈਨੂੰ ਬਹੁਤ ਦੁੱਖ ਹੁੰਦਾ ਹੈ ਜਦੋਂ ਡਾਇਬਟੀਜ਼ ਵਾਲੇ ਪੇਸ਼ੈਂਟ, ਹਾਈ ਬਲੱਡ ਪ੍ਰੈਸ਼ਰ ਵਾਲੇ ਪੇਸ਼ੈਂਟ ਆਪਣੀ ਕਿਡਨੀਜ਼ ਨੂੰ ਡੈਮੇਜ ਕਰਕੇ ਜਦੋਂ ਆਉਂਦੇ ਕਿ ਹੁਣ ਸਾਡਾ ਕ੍ਰੈਟਾਨਾਈਨ ਵਧਣਾ ਆ ਗਿਆ, ਜਿਹਦੀ ਤੁਸੀਂ ਪ੍ਰੋਟੀਨ ਵਧਣ ਦੀ ਗੱਲ ਕਰ ਰਹੇ ਸੀਗੇ, ਤਾਂ ਕ੍ਰੈਟਾਨਾਈਨ ਵਧਣਾ ਆ ਗਿਆ ਸਾਡਾ, ਤੇ ਫਿਰ ਉਦੋਂ ਸਾਨੂੰ ਪ੍ਰੋਟੀਨ ਦੀ ਰਿਸਟ੍ਰਿਕਸ਼ਨਸ ਕਰਨੇ ਪੈਂਦੀ ਹੈ ਜਦੋਂ ਕਿਡਨੀ ਦੇ ਉੱਤੇ ਸਾਡੀ ਤੇ ਇਫੈਕਟ ਹੋਣਾ ਸ਼ੁਰੂ ਹੋਇਆ। ਤਾਂ ਮੈਂ ਇਹੀ ਸਭ ਨੂੰ ਰਿਕੁਐਸਟ ਹੈ ਮੇਰੀ ਹੱਥ ਜੋੜ ਕੇ ਅੱਗੇ ਕਿ ਅਗਰ ਕਿਸੇ ਕੋਈ ਇੱਕ ਬੰਦਾ ਵੀ ਅਗਰ ਮੇਰੀ ਗੱਲ ਨੂੰ ਸੁਣ ਕੇ ਆਪਣਾ ਲਾਈਫ ਸਟਾਈਲ ਕੰਟਰੋਲ ਕਰ ਲੈਂਦਾ ਤਾਂ ਬਹੁਤ ਅੱਛੀ ਗੱਲ ਹੈ ਕਿ ਪਲੀਜ਼ ਤੁਸੀਂ ਆਪਣੀ ਡਾਇਬਟੀਜ਼ ਨੂੰ ਲਾਈਟਲੀ ਨਹੀਂ ਲਵੋ, ਸਟਰੋਂਗਲੀ ਇੰਨਾ ਨਹੀਂ ਲਵੋ ਕਿ ਤੁਸੀਂ ਜਿਹੜਾ ਸਟ੍ਰੈਸ ਦੇ ਵਿੱਚ ਆ ਜਾਓ। ਬਸ ਮੂਵਮੈਂਟ ਕਰੋ ਔਰ ਸਹੀ ਖਾਣ ਪੀਣ ਕਰੋ तो you will be fine। ਹਾਂਜੀ। ਅੱਛਾ ਡਾਕਟਰ ਸਾਹਿਬ, ਬਹੁਤ ਸਾਰੀਆਂ ਚੀਜ਼ਾਂ ਅਜਿਹੀਆਂ ਨੇ, ਜਿੱਦਾਂ ਮੈਂ ਗੱਲ ਕਰਾਂ ਤਾਂ ਕਈਆਂ ਨੂੰ ਕਣਕ ਦੀ ਰੋਟੀ ਤੋਂ ਅਲਰਜੀ ਹੁੰਦੀ ਹੈ ਨਾ। ਸੋ ਕਿਹੜੇ ਫੂਡਸ ਆ ਜਿਨ੍ਹਾਂ ਤੋਂ ਅਲਰਜੀ ਜਿਹੜਾ ਹੈ ਨਮੂਮਨ ਹੋ ਜਾਂਦੀ ਹੈ ਜਾਂ ਜਲਦੀ ਹੋ ਜਾਂਦੀ ਹੈ? हाँ देखो अमन, एलर्जीज जी हैगी अजकल बहुत ही ज़्यादा कॉमन हो गई है। जी साडी वीट की एलर्जी है 90% केसेस ਦੇ ਵਿੱਚ ਸੀਲੀਅਕ ਡਿਜ਼ੀਜ਼ ਨੂੰ ਆਪਾਂ ਕਹਿੰਦੇ ਆ, ਜਿਨ੍ਹਾਂ ਨੂੰ ਕਿ ਕਈਆਂ ਨੂੰ ਵੀਟ ਐਲਰਜੀ ਹੈ ਔਰ ਕਈਆਂ ਨੂੰ ਸੀਲੀਅਕ ਡਿਜ਼ੀਜ਼ ਹੈ। ਸੀਲੀਅਕ ਡਿਜ਼ੀਜ਼ ਮੀਨਸ ਤੁਹਾਡੀ ਜਿਹੜੀ ਗਲੂਟਨ ਹੈ, ਗਲੂਟਨ ਨੂੰ ਪਚਾਉਣ ਵਾਲਾ ਜਿਹੜਾ ਇੰਜ਼ਾਈਮ ਹੈ ਬੋਡੀ ਦੇ ਵਿੱਚ ਨਹੀਂ ਬਣ ਰਿਹਾ। ਇਟ ਇਜ਼ ਬੇਸਿਕਲੀ ਐਨ ਆਟੋ ਇਮਿਊਨ ਕੰਡੀਸ਼ਨਸ। ਜਿੱਦਾਂ ਸਾਡੇ ਆਰਥਰਾਈਟਸ ਡਿਜ਼ੀਜ਼ਸ ਹੈਗੀਆਂ, ਰਿਊਮੇਟਡ ਆਰਥਰਾਈਟਸ ਹੈ ਉਹ ਆਟੋ ਇਮਿਊਨ ਡਿਜ਼ੀਜ਼ ਹੈ। ਇਸੇ ਤਰੀਕੇ ਦੇ ਨਾਲ ਜਿਹੜੀ ਸੀਲੀਅਕ ਡਿਜ਼ੀਜ਼ ਹੈ ਵੀ ਆਟੋ ਇਮਿਊਨ ਕੰਡੀਸ਼ਨ ਹੈ ਬੋਡੀ ਦੇ ਵਿੱਚ ਆਟੋਮੈਟਿਕਲੀ ਬਿਕੋਜ਼ ਆਫ ਸੋ ਮੈਨੀ ਰੀਜ਼ਨਸ। ਕਈਆਂ ਨੂੰ ਤਾਂ ਬੱਚਿਆਂ ਨੂੰ ਪੈਦਾਇਸ਼ੀ ਇਹ ਚੀਜ਼ਾਂ ਦੀ ਪ੍ਰੋਬਲਮ ਹੋ ਜਾਂਦੀ ਹੈ, ਕਈਆਂ ਨੂੰ ਲੇਟਰ ਸਟੇਜ ਦੇ ਉੱਤੇ ਜਾ ਕੇ ਪਤਾ ਚੱਲਦਾ ਹੈ ਕਿ ਉਹਨਾਂ ਦਾ ਪੇਟ ਡਿਸਟਰਬ ਰਹਿ ਰਿਹਾ, weight ਨਹੀਂ ਗੇਨ ਹੋ ਰਿਹਾ, ਤਾਂ ਉਹਨਾਂ ਨੂੰ ਇਹ ਸੀਲੀਅਕ ਡਿਜ਼ੀਜ਼ ਹੈ। ਬਟ ਜਿੱਦਾਂ ਮੈਂ ਦੱਸਿਆ ਹੈਗਾ ਕਿ ਅਗਰ
ਜਦੋਂ ਬੱਚਾ ਪੈਦਾ ਹੋਇਆ 6 ਮਹੀਨੇ ਦਾ ਹੋਇਆ ਮਦਰ ਫੀਡ ਤੋਂ ਬਾਅਦ ਅਗਰ ਉਹਦੇ ਪੇਟ ਦੇ ਵਿੱਚ ਆਪਾਂ ਡਾਈਵਰਸਿਟੀ ਪਾਈਏ, ਉਹਦੇ ਮਾਈਕਰੋ ਬੈਕਟੀਰੀਆ ਜਿਹੜੇ ਹੈਗੇ ਮਾਈਕਰੋਬੀਓਮ ਨੂੰ ਸਮਝ ਕੇ ਉਹਨੂੰ ਹਰ ਚੀਜ਼ ਦੇਈਏ ਜੋ ਘਰ ਦੇ ਵਿੱਚ ਬਣ ਰਹੀ ਹੈਗੀ ਹੈ, ਤਾਂ ਕਦੀ ਗਾਰੰਟੀ ਦੇ ਨਾਲ ਉਹਨੂੰ ਕਦੀ ਕਿਸੇ ਚੀਜ਼ ਤੋਂ ਐਲਰਜੀ ਨਹੀਂ ਹੋਏਗੀ। ਫੋਰਨ ਦੇ ਵਿੱਚ ਇੰਡੀਆ ਵਿੱਚ ਤਾਂ ਇੱਥੇ ਘੱਟ ਹੈ, ਪੀਨਟਸ ਤੋਂ ਐਲਰਜੀ ਹੈ, ਬਟ ਕਿੰਨੇ ਬੱਚੇ ਆਉਂਦੇ ਆ ਜਿਨ੍ਹਾਂ ਨੂੰ ਅੱਜਕੱਲ ਹਰ ਚੀਜ਼ ਤੋਂ ਐਲਰਜੀ ਹੈ। ਕੋਈ ਨਟਸ ਨਹੀਂ ਖਾ ਸਕਦਾ, ਨਟਸ ਐਂਡ ਸੀਡਸ ਤੋਂ ਬਹੁਤ ਜ਼ਿਆਦਾ ਐਲਰਜੀਜ਼ ਆ ਰਹੀਆਂ, ਕਣਕ ਤੋਂ ਤਾਂ ਹੈ ਹੀ ਹੈ, ਦੁੱਧ ਤੋਂ ਬਹੁਤ ਜ਼ਿਆਦਾ ਐਲਰਜੀਜ਼ ਆ ਰਹੀਆਂ। ਤਾਂ ਇਹ ਐਲਰਜੀ ਰੀਜ਼ਨ ਇਹੀ ਹੈ ਕਿ ਉਹਨਾਂ ਦਾ ਅੰਦਰ ਦਾ ਇੰਟਰਨਲ ਸਿਸਟਮ ਜਿਹੜਾ ਹੈਗਾ ਉਹ ਬਚਪਨ ਦੇ ਵਿੱਚ ਹੀ ਕਿਤੇ ਨਾ ਕਿਤੇ ਵੀਕ ਰਹਿ ਗਿਆ, ਇਸੇ ਕਰਕੇ ਉਹ ਅਡੈਪਟ ਨਹੀਂ ਕਰ ਪਾ ਰਹੇ ਉਹ ਸਿਸਟਮ ਨੂੰ। ਤਾਂ ਮੇਰਾ ਇਹੀ ਇੱਕ ਮੈਸੇਜ ਹੈਗਾ ਮਦਰਸ ਨੂੰ ਜਿਹੜੇ ਬ੍ਰੈਸਟ ਫੀਡਿੰਗ ਤੋਂ ਬਾਅਦ 6 ਮਹੀਨੇ ਤੋਂ ਬਾਅਦ ਬੱਚੇ ਨੂੰ ਸਾਰੀ ਵੈਰਾਈਟੀ ਖਿਲਾਉਣ, ਸੋ ਦੈਟ ਕਿ ਬੱਚੇ ਦਾ ਅੰਦਰ ਡਾਈਜੈਸ਼ਨ ਜਿਹੜਾ ਹੈਗਾ ਉਹ ਸਾਰੀਆਂ ਚੀਜ਼ਾਂ ਨੂੰ ਐਕਸੈਪਟ ਕਰਨ ਲਈ ਤਿਆਰ ਹੋ ਜਾਏ। ਹਾਂਜੀ ਜੀ, ਅੱਛਾ, ਇਸ ਤੋਂ ਇਲਾਵਾ ਜੇਕਰ ਗੱਲ ਕਰਾਂ ਤਾਂ ਜਿੱਦਾਂ ਆਪਾਂ ਗੱਲ ਕੀਤੀ ਕਿ ਛੋਟੇ ਬੱਚਿਆਂ ਤੋਂ ਹੀ ਜਿਹੜਾ ਸ਼ੁਰੂਆਤ ਹੋਣਾ ਸ਼ੁਰੂ ਹੋ ਜਾਂਦੀ, ਸੋ ਕਿਹੜੇ ਸਿੰਪਟਮਸ ਜਿਹੜੇ ਨੇ ਉਹਨਾਂ ਤੋਂ ਪਤਾ ਲੱਗ ਸਕਦਾ ਕਿ ਕਿਤੇ ਨਾ ਕਿਤੇ, ਜਿੱਦਾਂ ਹੁਣ ਕਈਆਂ ਨੂੰ ਨਹੀਂ ਪਤਾ ਲੱਗਦਾ ਕਿ ਮੈਨੂੰ ਅਲਰਜੀ ਆ, ਸੋ ਕਿਹੜੇ ਸਿੰਪਟਮਸ ਹੁੰਦੇ ਆ ਪਤਾ ਲੱਗ ਜਾਵੇ ਕਿ ਸਾਨੂੰ ਫੂਡ ਕਲਰ ਤੋਂ ਅਲਰਜੀ ਆ ਜਾਂ ਚੀਨੀ ਤੋਂ ਅਲਰਜੀ ਆ ਜਾਂ ਕਿੱਦਾਂ ਵੀ ਜਿਹੜੇ ਵੀ ਫੂਡ ਤੋਂ ਅਲਰਜੀ ਆ? ਹਾਂ ਦੇਖੋ, ਯੂਜ਼ਲੀ ਕੀ ਹੁੰਦਾ ਹੈ ਨਾ ਅਮਨ ਕਿ ਬੱਚਾ ਜਿਹੜਾ ਛੋਟਾ ਬੱਚਾ ਜਿਹੜਾ ਬੋਲ ਨਹੀਂ ਸਕਦਾ ਉਹ ਤਾਂ ਇਰੀਟੇਟ ਰਹੇਗਾ, ਜਾਂ ਉਹਨੂੰ ਕਿਤੇ ਨਾ ਕਿਤੇ ਉਹਦਾ ਪੇਟ ਡਿਸਟਰਬ ਰਹੇਗਾ, ਮਤਲਬ ਸਾਰਾ ਕੁਝ ਖਾਣ ਦੇ ਬਾਵਜੂਦ ਉਹਦੀ ਸਿਹਤ ਨਹੀਂ ਬਣ ਰਹੀ ਹੈ, ਜਾਂ ਉਹ ਬਾਰ-ਬਾਰ ਉਹਨੂੰ ਲੂਜ਼ ਮੋਸ਼ਨਸ ਲੱਗ ਰਹੀਆਂ ਹੈਗੀਆਂ। ਤਾਂ ਇਹ ਦੋ ਤੋਂ ਮੇਜਰ ਸਿੰਪਟਮਸ ਹੈਗੇ, ਜਿਸ ਤੋਂ ਬਾਅਦ ਤੁਸੀਂ ਉਹਨਾਂ ਨੂੰ ਡਾਇਗਨੋਸ ਕਰਾਓ। ਫੂਡ ਐਲਰਜੀਜ਼ ਦੇ ਟੈਸਟਸ ਵੀ ਅਵੇਲੇਬਲ ਹੈਗੇ ਆ ਲੈਬਸ ਦੇ ਵਿੱਚ, ਜਿਨ੍ਹਾਂ ਤੋਂ ਕਿ ਪਤਾ ਚੱਲ ਜਾਂਦਾ ਈਜ਼ੀਲੀ ਕਿ ਕਿਹੜੀ ਚੀਜ਼ ਤੋਂ ਹੈ, ਤਾਂ ਉਹਨਾਂ ਚੀਜ਼ਾਂ ਨੂੰ ਬੱਚਿਆਂ ਨੂੰ ਅਵੋਇਡ ਕਰਵਾ ਕੇ ਰੱਖਿਆ ਜਾਵੇ, ਸੋ ਦੈਟ ਕਿ ਬੱਚੇ ਦੀ ਹੈਲਥ ਜਿਹੜੀ ਹੈਗੀ ਉਹ ਬਣਨੀ ਸ਼ੁਰੂ ਹੋ ਜਾਏ। ਜੀ, ਡਾਕਟਰ ਸਾਹਿਬ, ਪ੍ਰੈਗਨੈਂਟ ਲੇਡੀਜ਼ ਦੀ ਗੱਲ ਕਰਨਾ ਚਾਹੂੰਗੀ ਕਿਉਂਕਿ ਛੋਟੇ ਬੱਚਿਆਂ ਦੀ ਗੱਲ ਹੋਈ ਹੈ। ਸੋ ਛੋਟੇ ਬੱਚਿਆਂ ਦੀ ਗੱਲ ਤੋਂ ਪ੍ਰੈਗਨੈਂਟ ਲੇਡੀਜ਼ ਦੀ ਗੱਲ ਇਸ ਤਰ੍ਹਾਂ ਦੀ ਕਿ ਕਈ ਵਾਰੀ ਮਿਸਕੈਰੇਜ ਦੇਖਣਾ ਜਿਹੜਾ ਸੁਣਨ ਨੂੰ ਮਿਲ ਜਾਂਦਾ ਕਿ ਮਿਸਕੈਰੇਜ ਹੋ ਗਿਆ, ਸੋ ਕਈ ਵਾਰੀ ਇਹਨਾਂ ਦੀ ਡਾਈਟ ਦੇ ਵਿੱਚ ਵੀ ਧਿਆਨ ਜਿਹੜਾ ਆਪਣੀ ਡਾਈਟ ਦੇ ਵਿੱਚ ਨਹੀਂ ਰੱਖਦੇ ਕਿਉਂਕਿ ਕਈਆਂ ਨੂੰ ਆਦਤਾਂ ਬੁਰੀਆਂ ਪਈਆਂ ਹੁੰਦੀਆਂ ਨੇ, ਸੋ ਕਿਹੜੀਆਂ ਖਾਸ ਗੱਲਾਂ ਦਾ ਪ੍ਰੈਗਨੈਂਟ ਲੇਡੀਜ਼ ਨੂੰ ਧਿਆਨ ਦੇਣਾ ਚਾਹੀਦਾ ਹੈ? ਬਹੁਤ ਹੀ ਅੱਛੀ ਸਵਾਲ ਹੈ ਕਿ ਪ੍ਰੈਗਨੈਂਸੀ ਜਿਹੜੀ ਹੈਗੀ ਨਾ, ਪ੍ਰੈਗਨੈਂਸੀ ਅਸੀਂ 9 ਮਹੀਨੇ ਦਾ ਟਾਈਮ ਲੈ ਕੇ ਚੱਲਦੇ ਹਾਂ ਕਿ ਪ੍ਰੈਗਨੈਂਸੀ 9 ਮਹੀਨੇ ਦਾ, ਲੇਕਿਨ ਮੇਰੇ ਹਿਸਾਬ ਦੇ ਵਿੱਚ ਅਮਨ ਪ੍ਰੈਗਨੈਂਸੀ 9 ਮਹੀਨੇ ਨਹੀਂ, ਮਤਲਬ 8 ਸਾਲ ਦੀ ਉਮਰ ਦੇ ਵਿੱਚ ਹੀ ਜਦੋਂ ਪਿਊਬਰਟੀ ਪੀਰੀਅਡ ਤੁਹਾਡਾ ਸ਼ੁਰੂ ਹੁੰਦਾ ਹੈ ਤਾਂ ਉਦੋਂ ਤੋਂ ਹੀ ਸਰੀਰ ਤੁਹਾਡਾ ਤਿਆਰ ਹੋ ਜਾਂਦਾ ਹੈ ਪ੍ਰੈਗਨੈਂਸੀ ਦੇ ਲਈ, ਇੱਕ ਲੜਕੀ ਦਾ, ਇੱਕ ਔਰਤ ਦਾ, ਠੀਕ ਹੈ। ਇਸੇ ਲਈ ਨਹੀਂ ਕਹਿੰਦੇ ਹੈਗੇ ਕਿ ਸਾਨੂੰ ਯੰਗ ਏਜ ਦੇ ਵਿੱਚ ਗਰਲਸ ਨੂੰ ਆਪਣਾ ਖਾਣ ਪੀਣ ਦਾ ਬੇਸ ਧਿਆਨ ਦੇਣਾ ਚਾਹੀਦਾ, ਪਰ ਅਸੀਂ ਕੀ ਕਰਦੇ ਹਾਂ ਜਦੋਂ ਪ੍ਰੈਗਨੈਂਸੀ ਦੇ ਉੱਤੇ ਪਹੁੰਚ ਜਾਂਦੇ ਹਾਂ, ਜਦੋਂ ਸਾਨੂੰ ਪ੍ਰੋਬਲਮਸ ਆਉਣੀਆਂ ਸ਼ੁਰੂ ਹੋ ਜਾਂਦੀਆਂ, ਉਦੋਂ ਅਸੀਂ ਆਪਣੀ ਥੋੜ੍ਹੀ ਜਿਹੀ ਟੇਕ ਕੇਅਰ ਕਰਨਾ ਸ਼ੁਰੂ ਕਰਦੇ ਹਾਂ, ਜਾਂ ਕਈ ਤਾਂ ਉਦੋਂ ਵੀ ਨਹੀਂ ਕਰਦੇ, ਇਸੇ ਕਰਕੇ ਮਿਸਕੈਰੇजेस ਦਾ ਮੇਜਰ ਰੀਜ਼ਨ ਅੱਜ ਕੱਲ੍ਹ ਕਈ PCOD ਦੀ ਵਜ੍ਹਾ ਕਰਕੇ ਵੀ ਹੋ ਰਿਹਾ, ਕਿਉਂਕਿ ਪਹਿਲੇ ਉਹਨਾਂ ਦਾ ਡਾਇਗਨੋਸ ਨਹੀਂ ਹੋ ਪਾਉਂਦਾ। ਤਾਂ ਪੋਲੀਸਿਸਟਿਕ ਓਵਰੀਅਨ ਡਿਜ਼ੀਜ਼ ਜਿਹੜੀ ਕਿ ਅੱਜ ਕੱਲ੍ਹ ਹਰ 5 ਵਿੱਚੋਂ ਇੱਕ ਲੇਡੀ ਨੂੰ ਲੜਕੀ ਨੂੰ ਪ੍ਰੋਬਲਮ ਆ ਰਹੀ ਹੈ, ਉਹਦਾ ਰੀਜ਼ਨ ਹੋ ਜਾਂਦਾ ਕਿਤੇ ਨਾ ਕਿਤੇ ਮਿਸਕੈਰੇजेस ਦਾ। ਦੂਸਰਾ ਲੈਕ ਆਫ ਨਿਊਟ੍ਰੀਸ਼ਨ ਐਂਡ ਲੈਕ ਆਫ ਐਕਟੀਵਿਟੀ। ਦੇਖੋ ਆਫਟਰ ਆਲ ਸਰੀਰ ਹੈ ਸਾਡਾ, ਸਾਰੀ ਕਨੈਕਟੀਵਿਟੀ ਕਿਤੇ ਨਾ ਕਿਤੇ ਕਿਸੇ ਵੀ ਡਿਜ਼ੀਜ਼ ਦੀ ਮੇਜਰ 2 ਰੀਜ਼ਨਸ ਤੋਂ ਹੈ ਹੀ ਹੈ। ਅਗਰ ਬਾਡੀ ਦੇ ਵਿੱਚ ਪ੍ਰੋਪਰ ਨਿਊਟ੍ਰੀਸ਼ਨ ਨਹੀਂ ਮਿਲ ਰਿਹਾ ਹੈ, ਪ੍ਰੋਪਰ ਕੈਲਸ਼ੀਅਮ ਦੀ ਐਬਜ਼ੌਰਪਸ਼ਨ ਨਹੀਂ ਹੋਈ ਹੈ, ਪ੍ਰੋਪਰ ਤੁਹਾਡਾ ਤੁਸੀਂ ਹਮੇਸ਼ਾ ਇਗਨੋਰ ਕਰਦੇ ਰਹੇ ਹੋ ਆਪਣੀ ਹੈਲਥ ਨੂੰ, ਕਦੀ ਇੱਕ ਮੋਸਟਲੀ ਬ੍ਰੇਕਫਾਸਟ ਤੁਸੀਂ ਅਵੋਇਡ ਕਰ ਦਿੱਤਾ, ਸਿੱਧਾ ਜਾ ਕੇ ਕਦੀ ਲੰਚ ਖਾ ਲਿੱਤਾ, ਕਦੀ ਮੈਗੀ ਦੇ ਨਾਲ ਹੀ ਪੇਟ, ਤਾਂ ਕਿਤੇ ਨਾ ਕਿਤੇ ਤੁਹਾਡਾ ਬਾਡੀ ਰੈਡੀ ਨਹੀਂ ਹੈ, ਤੁਹਾਡੀ ਬਾਡੀ ਦੇ ਵਿੱਚ ਆਇਰਨ ਦੇ ਸਟੋਰਸ ਨਹੀਂ ਹੈ, ਪ੍ਰੋਟੀਨ ਸਟੋਰਸ ਨਹੀਂ ਹੈ, ਕੈਲਸ਼ੀਅਮ ਸਟੋਰਸ ਨਹੀਂ ਹੈ, ਹਾਊ ਵੁੱਡ ਯੂ ਏਬਲ ਟੂ ਸਰਵਾਈਵ ਅਨਦਰ ਬੇਬੀ, ਠੀਕ ਹੈ। ਤਾਂ ਤੁਸੀਂ ਆਪਣੇ ਆਪ ਨੂੰ ਨਹੀਂ ਸਰਵਾਈਵ ਕਰ ਪਾ ਰਹੇ ਤਾਂ ਤੁਸੀਂ ਆਪਣੇ ਅੰਦਰ ਬੱਚੇ ਦੀ ਗਰੋਥ ਨੂੰ ਕਿੱਦਾਂ ਕਰ ਪਾਓਗੇ? ਸੋ ਇਹ ਬਹੁਤ ਹੀ ਜ਼ਿਆਦਾ ਇੱਕ ਗਲਤ ਹੈ ਲੜਕੀਆਂ ਦੀ ਧਾਰਨਾ ਕਿ ਕੋਈ ਗੱਲ ਨਹੀਂ, ਠੀਕ ਹੈ, ਮਤਲਬ ਹੋ ਜਾਏਗੀ, ਲੇਕਿਨ ਤੁਸੀਂ ਬੱਚੇ ਲਈ ਵੀ ਗਲਤ ਕਰ ਰਹੇ ਹੋ। ਕੱਲ ਨੂੰ ਜਾ ਕੇ ਤੁਹਾਡੇ ਬੱਚੇ ਨੂੰ ਜਿਹੜੀ ਗੈਸਟੇਸ਼ਨਲ ਡਾਇਬਟੀਜ਼ ਜਿਹੜੀ ਹੈਗੀ ਡਿਊਰੀ ਪ੍ਰੈਗਨੈਂਸੀ ਦੇ ਅੰਦਰ ਜਿਹੜੀ ਡਾਇਬਟੀਜ਼ ਹੋ ਜਾਂਦੀ, ਜੈਸਟੇਸ਼ਨਲ ਡਾਇਬਟੀਜ਼ ਕਹਿੰਦੇ ਆ ਉਹਨੂੰ, ਉਹਦਾ ਰੀਜ਼ਨ ਵੀ ਕੀ ਹੈ? ਇਨਸੂਲਿਨ ਰੈਜ਼ਿਸਟੈਂਸ ਦਾ ਰੀਜ਼ਨ ਵੀ ਕੀ ਹੈਗਾ? ਇਹੀ ਰੀਜ਼ਨ ਹੈਗਾ ਕਿ ਤੁਸੀਂ ਇਨਐਕਟੀਵਿਟੀ ਹੈ, ਖਾਣਾ ਪੀਣਾ ਨਹੀਂ ਆਪਣਾ ਖਾਇਆ ਹੈ ਸਹੀ ਅਮਾਊਂਟ ਦੇ ਵਿੱਚ, ਬੈਲੈਂਸਡ ਮੀਲ, मतलब जैसे मैं गल कर रही हूँ कि प्रोटीन्स होन, फैट्स होन, कॉम्प्लैक्स कार्ब्स होन, डिफरेंट वैरायटी ऑफ कलर्स ऑफ फ्रूट्स एंड वैजिटेबल्स होन, सारे माइक्रो मिनरल्स जितने भी वाइटामिन और मिनरल्स है वो सारे सानू रूटीन ਦੇ ਵਿੱਚ ਜ਼ਰੂਰ ਆਪਣੀ ਡਾਈਟ ਦੇ ਵਿੱਚ ਲੈਣੇ ਚਾਹੀਦੇ। ਜਿੱਦਾਂ ਅਸੀਂ ਸਾਡੀ ਦਾਦੀ ਨਾਨੀਆਂ ਦੇ ਬਚਪਨ ਦੇ ਵਿੱਚ ਹੁੰਦਾ ਸੀ ਕਿ ਬ੍ਰੇਕਫਾਸਟ ਖਾ ਰਹੇ, ਲੰਚ ਖਾ ਰਹੇ, ਡਿਨਰ ਖਾ ਰਹੇ, ਕੋਈ ਵੀ ਮੀਲ ਸਕਿਪ ਕਰਨ ਦੀ ਜ਼ਰੂਰਤ ਨਹੀਂ ਹੈ, ਟਾਈਮਲੀ ਐਂਡ ਮੋਡਰੇਸ਼ਨ ਔਰ ਉਹਨਾਂ ਨੂੰ ਪਛਾਣ ਦੇ ਲਈ ਐਕਟੀਵਿਟੀ। ਤਾਂ ਇਹੀ ਕਿਤੇ ਨਾ ਕਿਤੇ ਪ੍ਰੈਗਨੈਂਸੀ ਦਾ ਸਰੀਰ ਸਾਡਾ ਜਿਹੜਾ ਰੈਡੀ ਕਰਵਾ ਦਿੰਦਾ ਹੈ। ਅੱਛਾ, ਜਿੱਦਾਂ ਹੁਣ ਕਿਹਾ ਕਿ ਕੋਈ ਵੀ ਮੀਲ ਜਿਹੜਾ ਸਕਿਪ ਕਰਨ ਦੀ ਲੋੜ ਨਹੀਂ ਹੈਗੀ, ਕਈ ਵਾਰੀ ਆਪਾਂ ਸੁਣਿਆ ਹੋਣਾ, ਮੈਂ ਵੀ ਬਹੁਤ ਵਾਰੀ ਸੁਣਿਆ, ਕਹਿੰਦੇ ਕਿ ਡਿਨਰ ਸਕਿਪ ਕਰ ਜਾਓ ਪਰ ਬ੍ਰੇਕਫਾਸਟ ਨਹੀਂ ਸਕਿਪ ਕਰਨਾ। ਸੋ ਕੀ ਇਹ ਵਾਕਈ ਇੱਦਾਂ ਹੁੰਦਾ, ਵਾਜਿਬ ਹੈ ਕਿ ਜੇ ਅਸੀਂ ਡਿਨਰ ਸਕਿਪ ਕਰ ਲਈਏ ਜਾਂ ਬ੍ਰੇਕਫਾਸਟ ਸਕਿਪ ਨਾ ਕਰੀਏ ਤਾਂ ਸਾਡੀ ਬੋਡੀ 'ਤੇ ਅਸਰ ਪੈਂਦਾ ਜਾਂ ਨਹੀਂ ਪੈਂਦਾ? ਬਿਲਕੁਲ ਪੈਂਦਾ। ਅਗਰ ਤੁਸੀਂ ਕੋਈ ਵੀ ਮੀਲ, ਖਾਸ ਕਰਕੇ ਜਦੋਂ ਤੁਹਾਡੀ ਗਰੋਇੰਗ ਏਜ ਹੈ ਔਰ ਤੁਸੀਂ ਐਲਡਰਲੀ ਏਜ 'ਤੇ ਵੀ ਹੋ, ਯੂ ਸ਼ੁੱਡ ਨਾਟ ਮਿਸ ਐਨੀ ਮੀਲ।
ਜਿੰਨਾ ਬ੍ਰੇਕਫਾਸਟ ਇੰਪੋਰਟੈਂਟ ਹੈ ਡਿਨਰ ਵੀ ਓਨਾ ਹੀ ਇੰਪੋਰਟੈਂਟ ਹੈ। ਹਾਂ ਇਹ ਜ਼ਰੂਰ ਮੈਟਰ ਕਰ ਜਾਂਦਾ ਕਿ ਤੁਸੀਂ ਬ੍ਰੇਕਫਾਸਟ ਕੀ ਖਾ ਰਹੇ ਹੋ, ਡਿਨਰ 'ਚ ਵੀ ਕੀ ਖਾ ਰਹੇ ਹੋ। ਮੈਂ ਜਿੰਨੇ ਵੀ ਆਪਣੇ ਪੇਸ਼ੈਂਟਸ ਦੇ weight loss ਵੀ ਕਰਾਇਆ ਹੈ ਜਾਂ ਕਰਵਾ ਰਹੀ ਹਾਂ ਜਾਂ fat loss ਕਰਾ ਰਿਹਾ, ਮੈंने ਵੀ ਕਦੀ ਕਿਸੇ ਦਾ ਡਿਨਰ ਮਿਸ ਨਹੀਂ ਕਰਾਇਆ। ਹਾਂ ਤੁਹਾਡੀ ਐਕਟੀਵਿਟੀ ਦੇ ਅਕੋਰਡਿੰਗਲੀ ਉਹਨੂੰ ਮੋਡੀਫਾਈ ਜ਼ਰੂਰ ਕਰੀਦਾ ਹੈ ਕਿ ਤੁਸੀਂ ਅਗਰ ਤੁਸੀਂ ਸਾਰਾ ਦਿਨ ਸਿਟਿੰਗ ਤੇ ਹੀ ਬੈਠੇ ਹੋ, ਕੁਝ ਬਿਜ਼ਨਸਮੈਨ ਹੈ, ਕੁਝ ਉਹਨਾਂ ਦੀ ਕਲਾਇੰਟਸ ਦੇ ਨਾਲ ਡੀਲਿੰਗ ਰਹਿੰਦੀ, ਉਹਨਾਂ ਦਾ ਸਿਟਿੰਗ ਦਾ ਕੰਮ ਹੈ, ਤੇ ਉਹ ਫਿਰ ਸਾਰਾ ਦਿਨ ਇੰਨੀ ਜ਼ਿਆਦਾ ਐਕਟੀਵਿਟੀ ਨਹੀਂ ਕਰ ਰਹੇ, ਤਾਂ ਡਿਨਰ ਦੇ ਕੈਨ टेक इट इन अ लाइटर वे। लेकिन ਲੈਣਾ ਜ਼ਰੂਰ ਹੈ, ਕੁਝ ਪੋਰਸ਼ਨ ਚ ਲਓ ਲੇਕਿਨ ਸਕਿਪ ਕੁਝ ਵੀ ਕਰਨ ਦੀ ਜ਼ਰੂਰਤ ਨਹੀਂ। ਅਗਰ ਤੁਸੀਂ ਬ੍ਰੇਕਫਾਸਟ अर्ਲੀ ਲੈਣਾ ਸ਼ੁਰੂ ਕਰ ਦੋਗੇ ਤਾਂ ਡਿਨਰ ਇਹ ਹੈ ਕਿ 3 ਤੋਂ 4 ਘੰਟੇ ਬੈਡ ਟਾਈਮ ਤੋਂ ਪਹਿਲਾਂ। ਲੇਕਿਨ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਬੈਡ ਟਾਈਮ ਆਪਣਾ 12 ਵਜੇ ਕਰ ਲਓ, ਤਾਂ 10 10:30 ਵਜੇ ਅਗਰ ਤੁਸੀਂ ਆਪਣਾ ਬੈਡ ਟਾਈਮ ਕਰ ਲਿਓ ਤਾਂ ਤੁਹਾਨੂੰ ਹੋਰ ਤੋਂ 3 3.5 ਘੰਟੇ ਮਾਈਨਸ ਕਰਕੇ ਤੁਸੀਂ ਆਪਣਾ ਕੈਲਕੂਲੇਟ ਕਰ ਲਓ, 7 7:30 ਜਿੰਨੇ ਵੀ ਬੰਦੇ ਆ ਉਹਨੇ ਵਜੇ ਤੱਕ ਤੁਹਾਡਾ ਡਿਨਰ ਹੋ ਜਾਏ, ਤਾਂ ਯੂ ਕੈਨ ਹੈਵ ਪ੍ਰੋਪਰ ਮੀਲ। ਅੱਛਾ, ਹੁਣ ਜਾਂਦੇ ਜਾਂਦੇ ਇੱਕ ਸਵਾਲ ਜਿਹੜਾ ਆਖਰੀ ਹੈ, ਜਿੱਦਾਂ ਤੁਸੀਂ ਪਹਿਲਾਂ ਤਾਂ ਡਾਈਟ ਚਲੋ ਦੱਸ ਚੁੱਕੇ ਹੋ ਨਾ, ਪਰ ਫਿਰ ਵੀ ਸਾਨੂੰ ਕਿਹਨਾਂ ਖਾਸ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਮੇਲ ਫੀਮੇਲ ਦੋਨੋਂ ਸਿਹਤਮੰਦ ਰਹਿਣ? ਹਾਂਜੀ, ਤਾਂ ਮੇਲ ਫੀਮੇਲ ਨੂੰ ਮੇਰਾ ਇੱਕੋ ਹੀ ਮੈਸੇਜ ਹੈਗਾ ਕਿ ਤੁਸੀਂ ਕਿਸੇ ਵੀ ਮੀਲਸ ਨੂੰ ਸਕਿਪ ਨਾ ਕਰੋ, ਕਿਸੇ ਵੀ ਕ੍ਰੈਸ਼ ਡਾਈਟ ਜਾਂ ਫੈਟ ਡਾਈਟ ਜਾਂ ਕੀਟੋ ਡਾਈਟ ਕਿਸੇ ਡਾਈਟ ਦੇ ਪਿੱਛੇ ਨਹੀਂ ਪਵੋ। ਤੁਸੀਂ ਸਸਟੇਨੇਬਲ ਡਾਈਟ ਨੂੰ ਅਡਾਪਟ ਕਰੋ। ਸਸਟੇਨੇਬਲ ਡਾਈਟ ਤੋਂ ਮੇਰਾ ਮਤਲਬ ਇਹ ਹੈਗਾ ਜਿਹਦੇ ਵਿੱਚ ਸਾਰੇ ਅਮਾਊਂਟ ਦੇ ਮੈਕਰੋ ਨਿਊਟ੍ਰੀਐਂਟਸ ਰਾਈਟ ਅਮਾਊਂਟ ਦੇ ਵਿੱਚ ਹੋਣ, ਜਿਹਦੇ ਵਿੱਚ ਤੁਹਾਡੀ ਜਿਹੜੀ ਥਾਲੀ ਹੈ ਉਹਦੇ ਵਿੱਚ ਸਲਾਦ ਵੀ ਹੋਵੇ, ਉਹਦੇ ਵਿੱਚ ਚਾਵਲ ਰੋਟੀ ਵੀ ਹੋਵੇ, ਉਹਦੇ ਵਿੱਚ ਦਾਲ ਪਨੀਰ ਦੀ ਭੁਰਜੀ ਚਿਕਨ ਸਬਜੀ ਕੁਛ ਇੱਦਾਂ ਦੀ ਕੋਈ ਚੀਜ਼ ਵੀ ਹੋਵੇ, ਲੱਸੀ ਦਾ ਗਿਲਾਸ ਵੀ ਹੋ ਸਕਦਾ ਹੈ। ਤੁਹਾਡੇ ਤਿੰਨੋਂ ਮੀਲਸ ਜਿਹੜੇ ਹੈਗੇ ਉਹਨੂੰ ਇਸ ਤਰੀਕੇ ਦੇ ਨਾਲ ਡਿਵਾਈਡ ਕਰੋ। ਇਸ ਤੋਂ ਇਲਾਵਾ ਵਿੱਚ ਈਟ ਐਵਰੀ 2 to 3 ਆਵਰਸ, 2 ਤੋਂ ਹਰ 3 ਘੰਟੇ ਦੇ ਬਾਅਦ ਕੁਛ ਨਾ ਕੁਛ ਛੋਟੀ ਚੀਜ਼, ਚਾਹੇ ਤੁਹਾਡਾ ਜਿਹੜਾ ਸਨੈਕਸ ਦਾ ਸਾਈਜ਼ ਹੈ ਤੁਹਾਡੀ ਮੁੱਠੀ ਹੈ, ਅਗਰ ਮੇਲਸ ਖਾ ਰਿਹਾ ਤਾਂ ਉਹਦੀ ਮੁੱਠੀ ਉਹਦਾ ਸਨੈਕਸ ਦਾ ਸਾਈਜ਼ ਹੈ, ਔਰ ਅਗਰ ਕੋਈ ਫੀਮੇਲ ਖਾ ਰਹੀ ਹੈ ਤਾਂ ਉਹਦਾ ਹੈ। ਓਵਰ ਈਟਿੰਗ ਮਤ ਕਰੋ, ਚਾਹੇ ਉਹ ਹੈਲਦੀ ਫੂਡ ਵੀ ਹੈ। ਮਤਲਬ ਇਹਦਾ ਨਹੀਂ ਹੈ ਕਿ ਤੁਸੀਂ ਅਗਰ ਫਰੂਟਸ ਖਾ ਰਹੇ ਹੋ, ਬਹੁਤ ਸਾਰੇ ਲੋਕ ਦੇਖੇ ਅਮਨ ਮੈਂ ਕਿ ਉਹ ਸਿਰਫ ਫਰੂਟਸ ਹੀ ਖਾਈ ਜਾ ਰਹੇ हैं सारा दिन, या दूध ही पी जा रहे हैं समझ के कि, और या फिर जूसेस पी जा रहे हैं। तो स्टॉप टेकिंग फ्रूट जूसेस। फ्रूट जूसेस इज इक्वल टू कोका कोला, तो फ्रूट जूसेस प्लीज़ अवॉइड करो। इट्स ऑलवेज बेटर टू हैव अ वैजिटेबल जूस। वैजिटेबल जूसेस ਤੁਸੀਂ ਲੈ ਸਕਦੇ ਹੋ। ਅਗਰ ਗਰਮੀਆਂ ਦਾ ਹੁਣ ਮੌਸਮ ਹੈ ਤਾਂ ਮੈਂ ਟਿਪ ਜ਼ਰੂਰ ਦੇਣਾ ਚਾਹੂੰਗੀ ਕਿ ਤੁਸੀਂ ਸਟਾਪ ਟੇਕਿੰਗ ਰੂ ਅਫਜ਼ਾ ਜਾਂ ਜਿਤਨੇ ਵੀ ਮਾਰਕੀਟ ਦੇ ਵਿੱਚ ਹੋਰ ਮੈਂ ਕਿਸੇ ਦਾ ਨਾਮ ਨਹੀਂ ਲਵਾਂਗੀ ਹੁਣ, ਕਿ ਕੋਈ ਵੀ ਜਿਹੜੀਆਂ ਡਰਿੰਕਸ ਹੈਗੀਆਂ ਜਾਂ ਰੈਡੀਮੇਡ ਜੂਸਿਸ ਜਾਂ ਉਹ ਸਭ ਹੈਗੇ ਉਹਨਾਂ ਨੂੰ ਸਟਾਪ ਕਰਕੇ ਬੈਟਰ ਹੈ ਕਿ ਜਿਹੜੀ ਤੁਹਾਡੀ ਆਪਣੀ ਟ੍ਰੈਡੀਸ਼ਨਲ ਹੈਗੇ, ਆਮ ਪੰਨਾ ਹੈ, ਬੇਲ ਦਾ ਸ਼ਰਬਤ ਹੈ, ਲੱਸੀ ਹੈ, ਉਸ ਤੋਂ ਇਲਾਵਾ ਜਿਹੜੇ ਘਰ ਦੇ ਬਣੇ ਹੋਏ ਜਿਹੜੇ ਤੁਹਾਡੇ ਸ਼ਰਬਤ ਹੁੰਦੇ ਹੈਗੇ, ਫਰੂਟਸ ਨੂੰ ਬਲੈਂਡ ਕਰਕੇ ਜਿਹੜੇ ਕੋਈ ਸ਼ਰਬਤ ਬਣਾ ਦਿੰਦੇ ਹੋ ਉਹ ਤੁਸੀਂ ਲੈ ਲਓ। ਲੇਕਿਨ ਬਾਜ਼ਾਰ ਦੀ ਜਿਹੜੀ ਡਰਿੰਕਸ ਹੈਗੀਆਂ, ਸੌਫਟ ਡਰਿੰਕਸ ਹੈ, ਹਾਰਡ ਡਰਿੰਕਸ ਹੈ, ਉਹਨਾਂ ਨੂੰ ਸਭ ਨੂੰ ਅਵੋਇਡ ਕਰਕੇ ਆਪਣੀ ਦਿਨਚਰਿਆ ਦੇ ਵਿੱਚ ਫਰੂਟਸ ਨੂੰ ਵੈਸੇ ਖਾਓ, ਵੈਜੀਟੇਬਲਸ ਦਾ ਜੂਸ ਲੈ ਸਕਦੇ ਹੋ, ਔਰ ਤਿੰਨੋਂ ਦੇ ਤਿੰਨੋਂ ਮੀਲਸ ਲਓ, ਵਿੱਚ ਛੋਟੇ ਛੋਟੇ ਹਿੱਸਿਆਂ ਦੇ ਵਿੱਚ ਕੋਈ ਸਨੈਕਸ ਲੈ ਸਕਦੇ ਹੋ। ਹਾਂਜੀ ਜੀ, ਸੋ ਬਹੁਤ ਸੋਹਣੀ ਜਾਣਕਾਰੀ ਸਾਡੀ ਸਿਹਤ ਸੰਬੰਧੀ ਜੋ ਹੈ ਡਾਕਟਰ ਰੀਨੂ ਵਰਮਾ ਹੁਣੀ ਸਾਂਝੀ ਕੀਤੀ। ਬਹੁਤ ਸਾਰੀ ਜਾਣਕਾਰੀ ਅਜਿਹੀ ਮਿਲੀ ਕਿ ਅਸੀਂ ਜਿਹੜੀਆਂ ਚੀਜ਼ਾਂ ਨੂੰ ਇਗਨੋਰ ਕਰਦੇ ਉਹਨਾਂ ਨੂੰ ਇਗਨੋਰ ਨਹੀਂ ਕਰਨਾ ਚਾਹੀਦਾ। ਸੋ ਜਿਹੜੀਆਂ ਚੀਜ਼ਾਂ ਸਾਨੂੰ ਅਵੋਇਡ ਕਰਨੀਆਂ ਚਾਹੀਦੀਆਂ ਉਹਨੂੰ ਅਸੀਂ ਇਨਟੇਕ ਕਰ ਰਹੇ ਹਾਂ। ਸੋ ਬਹੁਤ ਸੋਹਣੀ ਜਾਣਕਾਰੀ ਸਾਂਝੀ ਕਰਨ ਦੇ ਲਈ ਬਹੁਤ ਬਹੁਤ ਧੰਨਵਾਦ। ਥੈਂਕ ਯੂ ਸੋ ਮਚ ਅਮਨ ਫॉर गिविंग मी a chance to meet the huge audience through your channels. Thank you so much for listening me. Thank you. Thank you. ਸੋ ਤੁਸੀਂ ਜਾਣੇ ਡਾਕਟਰ ਰੀਨੂ ਵਰਮਾ ਦੇ ਵਿਚਾਰ ਔਰ ਉਹਨਾਂ ਨੇ ਦਿੱਤੀ ਜਾਣਕਾਰੀ ਤੁਹਾਡੇ ਰੂਬਰੂ ਕੀਤੀ ਹੈ। ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਹੁਣ ਇਜਾਜ਼ਤ ਲੈਣਾ ਚਾਹਾਂਗੇ। ਕੈਮਰਾਮੈਨ ਅਵੀ ਦੇ ਨਾਲ ਮੈਂ ਅਮਨਦੀਪ, TV ਪੰਜਾਬ।